ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ, ਕੀ ਹਾਲ ਚਾਲ? ਬਿਲਕੁਲ ਜੀ, ਚੜ੍ਹਦੀ ਕਲਾ। ਮੌਸਮ ਕਿਵੇਂ ਹੈ? ਮੌਸਮ ਪੰਜਾਬ ਦਾ ਠੀਕ ਹੈ, ਪਰ ਰਾਤ ਦੇ ਵੇਲੇ ਇੱਕਦਮ ਮੌਸਮ ਕਰਵਟ ਬਦਲ ਜਾਂਦਾ ਜੀ। ਮੈਨੂੰ ਲੱਗਦਾ ਵੀ 6:30 ਵਜੇ ਤਾਂ ਹੁਣ ਇਉਂ ਲੱਗਦਾ ਆਥਣ ਦੇ ਵੇਲੇ ਵੀ ਰਾਤ ਦੇ 9 ਵਜ ਗਏ ਆ। ਜਦੋਂ ਬਾਹਰ ਨਿਗਾਹ ਮਾਰਦੇ ਘੁੱਪ ਹਨੇਰਾ ਹੋਇਆ ਪਿਆ ਹੁੰਦਾ। ਸੋ ਕਹਿਣ ਦਾ ਭਾਵ ਇਹ ਜੀ ਕਿ ਰਾਤਾਂ ਲਗਾਤਾਰ 18 ਦੇ ਵੱਲ ਵਧ ਰਹੀਆਂ। ਤੇ ਅੱਜ ਸਵੇਰ ਦੇ ਵੇਲੇ ਨਾ ਜਦੋਂ ਮੈਂ ਉੱਠਿਆ ਤੇ ਉਦੋਂ ਅੱਧੀ ਬਾਹ ਵਾਲਾ ਝੱਗਾ ਪਾਇਆ ਸੀਗਾ ਜੀ, ਤੇ ਠੰਡ ਜੀ ਚੜਦੀ ਸੀ ਮਾੜੀ ਮਾੜੀ। ਮਤਲਬ ਇਹ ਆ ਵੀ ਇੱਕਦਮ ਹੁਣ ਮੌਸਮ ਨੇ ਰਾਤ ਦੀ ਤਾਂ ਕਰਵਟ ਬਦਲ ਲਈ ਹੈ ਤੇ ਦਿਨ ਦੇ ਵੇਲੇ ਵੀ ਹੁਣ ਬਦਲੀ ਜਾਣੀ ਆ। ਆ ਦੁਸਹਿਰੇ ਤੋਂ ਬਾਅਦ ਵੈਸੇ ਹੀ ਬਹੁਤ ਵੱਡੇ ਪੱਧਰ ਤੇ ਮੌਸਮ 'ਚ ਬਦਲਾਅ ਆਉਂਦਾ, ਪਰ ਦਿਨ ਦੇ ਵੇਲੇ ਹੁਣ ਧੁੱਪ ਚੁੱਭਦੀ ਨਹੀਂ, ਹੁਣ ਠੀਕ ਠੀਕ ਲੱਗਦੀ ਹੈ। ਪਰ ਵੈਸੇ ਤੁਸੀਂ ਇਹ ਵੇਖੋ ਟਾਣਾ ਸਾਹਿਬ ਕਿ ਮੌਸਮ ਕਿੰਨਾ ਜ਼ਿਆਦਾ ਬਦਲ ਚੁੱਕਿਆ। ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਜੇਕਰ ਅੱਜ ਤੋਂ 10-15 ਸਾਲ ਪਿੱਛੇ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਚੋਖੀ ਠੰਡ ਪੈ ਜਾਂਦੀ ਸੀ, ਹੈ ਨਾ। ਮਤਲਬ ਮਹਿਸੂਸ ਹੋਣ ਲੱਗ ਜਾਂਦਾ ਸੀ ਕਿ ਹੁਣ ਕੰਬਲ ਦੀ ਲੋੜ ਹੈ, ਖੇਸੀਆਂ ਦੀ ਲੋੜ ਹੈ। ਪਰ ਹਾਲੇ ਅੱਜ ਕੱਲ੍ਹ ਦੇ ਜੇ ਦਿਨਾਂ ਦੀ ਗੱਲ ਕਰੀਏ ਤਾਂ ਇਹੋ ਜਿਹੀ ਲੋੜ ਮਹਿਸੂਸ ਨਹੀਂ ਹੋ ਰਹੀ, ਕਿਉਂਕਿ ਦਿਨ ਵੇਲੇ ਗਰਮੀ ਹੁੰਦੀ ਹੈ, ਰਾਤ ਨੂੰ ਤੇ ਤੜਕੇ ਠੰਡ ਹੁੰਦੀ ਹੈ। ਬਿਲਕੁਲ ਜੀ, ਜਿਵੇਂ ਬੰਦਾ ਬਦਲ ਗਿਆ ਉਸ ਤਰੀਕੇ ਨਾਲ ਕੁਦਰਤ ਵੀ ਬਦਲ ਗਈ ਹੈ। ਬਿਲਕੁਲ। ਤੇ ਕੁਦਰਤ ਨੂੰ ਬੰਦੇ ਨੇ ਹੀ ਬਦਲਿਆ। ਤੇ ਕੁਦਰਤ ਦੀ ਗੱਲ ਅਸੀਂ ਸਾਰੇ ਕਰਦੇ ਆ, ਕਿਉਂਕਿ ਸਾਨੂੰ ਗੁਰੂ ਸਾਹਿਬਾਨ ਨੇ ਵੀ ਗੱਲ ਕਹੀ ਹੈ ਵੀ ਕੁਦਰਤ ਦਾ ਸਤਿਕਾਰ ਕਰਨਾ ਚਾਹੀਦਾ। ਪਰ ਅਸੀਂ ਗੁਰੂ ਸਾਹਿਬ ਦੇ ਫਲਸਫੇ ਦੇ ਵੀ ਉਲਟਾ, ਅਸੀਂ ਦਰਖਤ ਕੋਈ ਛੱਡਿਆ ਨਹੀਂ, ਵਾਤਾਵਰਨ ਪਲੀਤ ਕਰਤਾ, ਪਾਣੀ ਦੇ ਵਿੱਚ ਜ਼ਹਿਰਾਂ ਘੋਲਤੀਆਂ, ਕਿਸ ਤਰੀਕੇ ਦੇ ਅਸੀਂ ਹਾਲਾਤ ਬਣਾ ਦਿੱਤੇ ਆ। ਸੋ ਕੁਦਰਤ ਨੇ ਵੀ ਮੁੱਖ ਮੋੜਿਆ। ਸੋ ਜਿਹੜੀ ਰੁੱਤ ਦੇ ਵਿੱਚ ਗਰਮੀ ਸਿਰੇ ਤੇ ਹੁੰਦੀ ਹੈ ਉਦੋਂ ਹੁਣ ਕਈ ਵਾਰ ਠੰਡ ਜੀ ਪੈਂਦੀ ਹੈ। ਜਿਹੜੀ ਰੁੱਤ ਦੇ ਵਿੱਚ ਠੰਡ ਸਿਖਰ ਤੇ ਹੁੰਦੀ ਹੈ ਉਦੋਂ ਗਰਮੀ ਪੈ ਰਹੀ ਹੁੰਦੀ ਹੈ। ਜਦੋਂ ਮੀਂਹ ਬਿਲਕੁਲ ਨਹੀਂ ਪੈਣੇ ਹੁੰਦੇ ਉਦੋਂ ਮੀਂਹ ਪੈ ਜਾਂਦੇ ਆ। ਤੇ ਜਦੋਂ ਸੌਣ ਭਾਦੋਂ ਦੀਆਂ ਝੜੀਆਂ ਦੀ ਆਸ ਕੀਤੀ ਜਾਂਦੀ ਆ ਉਦੋਂ ਮੀਂਹ ਨਹੀਂ ਪੈਂਦਾ। ਸੋ ਰੁੱਤਾਂ ਬਦਲ ਗਈਆਂ, ਮੌਸਮ ਦਾ ਮਿਜਾਜ਼ ਬਦਲ ਗਿਆ। ਬਿਲਕੁਲ ਸਹੀ। ਤੇ ਹੁਣ ਚੱਜ ਦੇ ਵਿਚਾਰ ਦੀ ਸਾਂਝ ਦੇਖੋ, ਚੱਜ ਦਾ ਵਿਚਾਰ ਇਹ ਆ ਕਿ ਬੰਦੇ ਨੂੰ ਨਾ ਗੁਣਵਾਨ ਬਣਨਾ ਚਾਹੀਦਾ। ਉਹਦੀ ਕੀਮਤ, ਉਹਦਾ ਮੁੱਲ ਆਪੇ ਹੀ ਪੈ ਜਾਂਦਾ। ਦੁੱਧ, ਦਹੀਂ, ਲੱਸੀ, ਘਿਓ, ਮੱਖਣ ਸਾਰੇ ਇੱਕੋ ਵੰਸ਼ ਦੇ ਆ। ਵਾਹ। ਪਰ ਸਭ ਦੀ ਕੀਮਤ ਅੱਡ ਅੱਡ ਆ। ਕਹਿਣ ਦਾ ਭਾਵ ਇਹ ਆ ਵੀ ਤੁਹਾਨੂੰ ਖਾਨਦਾਨੀ ਤੌਰ ਦੇ ਉੱਤੇ ਜਾਂ ਤੁਹਾਨੂੰ ਜਨਮ ਤੋਂ ਹੀ ਕੋਈ ਖਾਸ ਵਿਸ਼ੇਸ਼ਤਾ ਦੀ ਗੱਲ ਨਹੀਂ ਹੁੰਦੀਗੀ। ਪਰ ਜਦੋਂ ਤੁਸੀਂ ਕਰਮ ਕਰਦੇ ਹੋ, ਤੁਸੀਂ ਆਪਣੀ ਕਲਾ ਦੇ ਨਾਲ ਤੁਸੀਂ ਆਪਣਾ ਮੁੱਲ ਆਪ ਤੈਅ ਕਰਦੇ ਆ ਵੀ ਮੈਂ ਇੱਥੇ ਜੇ ਖੜਾ, ਮੇਰਾ ਆਹ ਕਿਰਦਾਰ ਆ, ਮੇਰਾ ਆਹ ਕੰਮ ਆ, ਮੇਰਾ ਆਹ ਪੇਸ਼ਾ, ਮੇਰਾ ਆਹ ਮੁੱਲ ਆ। ਸੋ ਇਸ ਕਰਕੇ ਇੱਕੋ ਵੰਸ਼ ਦੇ ਹੋਣ ਦੇ ਬਾਵਜੂਦ ਭਾਵ ਉਹਨਾਂ ਦਾ ਅੱਡ ਅੱਡ ਆ। ਇਸ ਗੱਲ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਅਸੀਂ ਅਕਸਰ ਇਹ ਦੇਖਦੇ ਰਹਿੰਦੇ ਆ ਕਿ ਆਹ ਕੰਮ ਛੋਟਾ ਹੈ, ਨਹੀਂ ਕਰਨਾ, ਆਹ ਕੰਮ ਵੱਡਾ ਹੈ, ਇਹ ਜ਼ਰੂਰ ਕਰਨਾ ਹੈ। ਇਦਾਂ ਕਦੇ ਨਹੀਂ ਹੁੰਦਾ। ਬਹੁਤ ਸਾਰੇ ਲੋਕ ਮੈਂ ਇਹੋ ਜਿਹੇ ਵੇਖੇ ਨੇ ਟਾਣਾ ਸਾਹਿਬ ਜਿਹੜੇ ਕਹਿਣਗੇ ਇੱਥੇ ਰਹਿ ਕੇ ਨਹੀਂ ਕੁਝ ਕਰਨਾ, ਹੁਣ ਤਾਂ ਬਾਹਰ ਜਾ ਕੇ ਹੀ ਕੰਮ ਕਰਾਂਗੇ ਜਾਂ ਹੁਣ ਤਾਂ ਫਲਾਣੀ ਥਾਂ ਤੇ ਜਾ ਕੇ ਹੀ ਕੰਮ ਕਰਾਂਗੇ। ਮੈਨੂੰ ਲੱਗਦਾ ਹੈ ਕਿ ਜੇਕਰ ਪਹਿਲਾਂ ਤੋਂ ਹੀ ਆਦਤਾਂ ਕੰਮ ਦੀਆਂ ਪਾ ਲਈਆਂ ਜਾਣ, ਲਗਨ ਕੰਮ ਦੀ ਬਚਪਨ ਤੋਂ ਪੈਣੀ ਚਾਹੀਦੀ ਹੈ। ਲਗਨ ਜਿਹਨੂੰ ਲੱਗੀ ਹੋਵੇ ਉਹ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜਾ ਕੇ ਕਾਮਯਾਬ ਹੋ ਜਾਊ। ਮੇਰੇ ਵਰਗੇ ਨੇ ਜੇਕਰ ਇੱਥੇ ਕੁਝ ਕੀਤਾ ਨਾ ਹੋਵੇ ਤੇ ਬਾਹਰ ਗਏ ਨੂੰ ਮੈਨੂੰ ਜੇਕਰ ਸਖਤ ਮੁਸ਼ੱਕਤ ਕਰਨੀ ਪਵੇ ਤਾਂ ਫਿਰ ਮੈਂ ਕਿਵੇਂ ਕਾਮਯਾਬ ਹੋ ਜਾਊਂ? ਫਿਰ ਮੈਂ ਛੱਡ ਭੱਜੂ, ਮੈਂ ਤਾਂ ਉੱਥੇ ਹੀ ਠੀਕ ਆ। ਸੋ ਇੱਥੇ ਜਿਹੜੇ ਬੰਦੇ ਕੰਮ ਕਰਦੇ ਆ ਉਹੀ ਬਾਹਰ ਕਾਮਯਾਬ ਹੁੰਦੇ ਆ। ਇਸ ਕਰਕੇ ਕੰਮ ਦੇ ਨਾਲ ਜੁੜੇ ਰਹੋ। ਮੈਂ ਤੁਹਾਨੂੰ ਇੱਕ ਦਿਨ ਅੱਗੇ ਵੀ ਦੱਸੀ ਸੀ ਗੱਲ। ਮੇਰਾ ਇੱਕ ਜਾਣਕਾਰ ਆ, ਉਹਨੂੰ ਮੈਂ ਪਿਛਲੇ 10-12 ਸਾਲ ਤੋਂ ਜਾਣਦਾ। 10-12 ਸਾਲ ਤੋਂ ਉਹਨੇ ਕੋਈ ਕੰਮ ਨਹੀਂ ਕੀਤਾ। ਮੈਨੂੰ ਲੱਗਦਾ ਨਹੀਂ ਵੀ ਉਹਨੇ 10 ਸਾਲਾਂ ਦੇ ਵਿੱਚ 10,000 ਰੁਪਇਆ ਵੀ ਕਮਾ ਕੇ ਘਰਦਿਆਂ ਨੂੰ ਪੜਾਇਆ ਹੋਵੇ। ਮੈਂ ਉਹਨੂੰ ਹਮੇਸ਼ਾ ਇਹ ਗੱਲ ਕਹਿਣਾ ਵੀ ਯਾਰ ਕੋਈ ਨਾ ਕੋਈ ਕੰਮ ਕਰ ਲਾ, ਕੋਈ 5,000 ਵਾਲਾ, 10,000 ਵਾਲਾ, 15,000 ਵਾਲਾ, ਤੂੰ ਹੱਟਾ ਕੱਟਾ ਕੋਈ ਨਾ ਕੋਈ ਕੰਮ ਕਰ। ਉਹ ਕਹੂਗਾ ਨਾ ਬਾਹਰ ਜਾ ਕੇ ਕਰੂੰਗਾ। ਮੈਂ ਕਿਹਾ ਵੀ ਜਿਵੇਂ ਤੂੰ ਪੋਲੜ ਜਾ, ਜਿਵੇਂ ਤੂੰ ਸੋਲ ਜਾ, ਜਿਵੇਂ ਗੋਲੂ ਜਾ ਬਣਿਆ ਫਿਰਦਾ, ਵੀ ਭਾਈ ਤੂੰ ਕਰੇਗਾ ਕੀ ਬਾਹਰ ਜਾ ਕੇ? ਬਾਹਰ ਜਾ ਕੇ ਵੀ ਤੈਨੂੰ ਕਿਹੜਾ ਡੀਸੀ ਲਾ ਦੇਣਾ? ਤੂੰ ਉੱਥੇ ਮਿਹਨਤ ਮੁਸ਼ੱਕਤੀ ਕਰੇਗਾ, ਇੱਥੇ ਆਦਤ ਪਾ, ਬਾਹਰ ਫੇਰ ਕਾਮਯਾਬ ਹੋਏਗਾ। ਜੀ, ਕਿਉਂਕਿ ਲੋਕਾਂ ਨੂੰ ਸ਼ਾਇਦ ਇਹ ਗਲਤ ਫਹਿਮੀ ਹੁੰਦੀ ਹੈ ਨਾ ਕਿ ਬਾਹਰ ਜਾ ਕੇ ਕਿਹੜਾ ਕੰਮ ਕਰਨਾ ਪੈਣਾ, ਬਾਹਰ ਜਾ ਕੇ ਤਾਂ ਬਸ ਝਾੜੂ ਚੱਕਣਾ ਹੈ ਤੇ ਜਿਹੜੇ ਰੁੱਖ ਨੇ ਉਹਨਾਂ ਦੇ ਹੇਠੋਂ ਹੇਠੋਂ ਡਾਲਰ ਇਕੱਠੇ ਕਰ ਲੈਣੇ ਨੇ। ਪਰ ਇਦਾਂ ਨਹੀਂ ਹੁੰਦਾ। ਜਦੋਂ ਆਪਾਂ ਇੱਥੇ ਬੈਠੇ ਕਹਿੰਦੇ ਨਾ ਬਾਹਰਲੇ ਨੂੰ ਆਈਫੋਨ ਭੇਜ ਦੀ, ਉਹ ਵਿਚਾਰੇ ਕਿਵੇਂ ਭੇਜਣ? ਦਿਨ ਰਾਤ ਮਿਹਨਤ ਕਰਨੀ ਪੈਂਦੀ ਆ। ਕਮਰੇ ਦੇ ਕਿਰਾਏ ਤੋਂ ਲੈ ਕੇ ਆਉਣ ਜਾਣ ਦੇ ਖਰਚੇ ਤੋਂ ਲੈ ਕੇ ਉੱਥੇ ਆਪਦੀਆਂ ਫੀਸਾਂ ਭਰਨ ਤੋਂ ਲੈ ਕੇ ਹੋਰ ਬਹੁਤ ਸਾਰੇ ਖਰਚੇ ਆ ਜਿਹੜੇ ਸਾਡੇ ਵਰਗਿਆਂ ਨੂੰ ਕਦੇ ਪਤਾ ਹੀ ਨਹੀਂ ਹੁੰਦਾ। ਇੱਥੋਂ ਬੰਦਾ ਭੇਜਦੇ ਨਾਲ ਦੀ ਨਾਲ ਮਿੱਤਰ ਕਹਿ ਦਿੰਦੇ ਐਂ ਕਰੀ ਮੇਰਾ ਵੀਰ, ਫਿਰ ਇੱਕ ਤਾਂ ਆਈਫੋਨ ਭੇਜਦੀ ਤੇ ਭੇਜੀ ਇਧਰੋਂ $500। ਇਉਂ ਉੱਥੇ ਕੁਝ ਨਹੀਂ ਮਿਲਦਾਗਾ। ਬਿਲਕੁਲ ਸਹੀ ਗੱਲ ਹੈ। ਤੇ ਹੁਣ ਮੇਰੇ ਵਾਲੇ ਚੱਜ ਦੇ ਵਿਚਾਰ ਦੀ ਸਾਂਝ ਪਾਈਏ। ਕਹਿੰਦੇ ਜ਼ਰੂਰੀ ਨਹੀਂ ਕਿ ਨਸ਼ਾ ਹੀ ਜਵਾਨੀ ਨੂੰ ਖਾ ਜਾਂਦਾ। ਜ਼ਰੂਰੀ ਨਹੀਂ ਕਿ ਨਸ਼ਾ ਹੀ ਜਵਾਨੀ ਨੂੰ ਖਾ ਜਾਂਦਾ। ਸਿਰ ਤੇ ਪਈਆਂ ਜ਼ਿੰਮੇਵਾਰੀਆਂ ਵੀ ਜਵਾਨੀ ਖਤਮ ਕਰ ਦਿੰਦੀਆਂ। ਹਾਂ, ਇਹ ਤਾਂ ਗੱਲ ਸੱਚੀ ਆ। ਦੇਖੋ, ਜ਼ਿੰਮੇਵਾਰੀਆਂ ਦਾ ਅਹਿਸਾਸ ਤਾਂ ਸਭ ਨੂੰ ਹੋਣਾ ਚਾਹੀਦਾ, ਪਰ ਜਦੋਂ ਬਚਪਨ ਦੀ ਉਮਰ ਮਾਪੇ ਤੁਰ ਜਾਣ ਜਾਂ ਜਿਹਦੇ ਬਾਪ ਦਾ ਸਾਇਆ, ਜਿਹਦੇ ਬਾਪ ਦਾ ਹੱਥ ਸਿਰ ਤੋਂ ਉੱਤਰ ਗਿਆ, ਉੱਠ ਗਿਆ,
ਤੇ ਫਿਰ ਉਹਨੂੰ ਪਤਾ ਲੱਗਦਾ ਕਿ ਮੈਂ ਆਪਦੇ ਟੱਬਰ ਦੇ ਲਈ ਕੀ ਕੁਝ ਕਰਨਾ। ਜੀ ਬਿਲਕੁਲ। ਜਿਹੜੇ ਲੋਕਾਂ ਦੇ ਉੱਤੇ ਇਹ ਜ਼ਿੰਮੇਵਾਰੀਆਂ ਨਿੱਕੀ ਉਮਰ ਦੇ ਵਿੱਚ ਪੈ ਗਈਆਂ ਨਾ, ਉਹਨਾਂ ਨੂੰ ਪਤਾ ਵੀ ਕੀ ਤੋਂ ਕੀ ਬਣ ਜਾਂਦਾ। ਸੋ ਆਪਾਂ ਕਹਿੰਦੇ ਸਾਰੇ ਹੀ ਆ ਵੀ ਭਾਈ ਬਹੁਤ ਮੈਂ ਹਾਰਡ ਵਰਕਿੰਗ ਆ, ਮੈਂ ਬਹੁਤ ਸਖਤ ਮਿਹਨਤ ਕਰ ਰਿਹਾ, ਮੇਰੇ ਵਰਗੀ ਮਿਹਨਤ ਕਰਦਾ ਕੋਈ ਨਹੀਂ। ਪਰ ਮਿਹਨਤ ਦਾ ਵੀ ਕਈ ਤਰ੍ਹਾਂ ਦਾ ਰੂਪ ਹੁੰਦਾ। ਬਿਲਕੁਲ। ਕਈ ਬੰਦੇ ਫੇਸਬੁੱਕ ਤੇ ਬੈਠ ਕੇ ਵੀ ਕਹਿੰਦੇ ਮੈਂ ਬੜੀ ਮਿਹਨਤ ਕਰ ਰਿਹਾ, ਕੋਈ ਮੇਰੇ ਵਰਗਾ ਕਹੂਗਾ ਮੈਂ ਏਸੀ 'ਚ ਬੈਠ ਕੇ ਵੀ ਬੜੀ ਮਿਹਨਤ ਕਰ ਰਿਹਾ। ਪਰ ਜਿਹੜੇ ਲੋਕ ਬਾਹਰ ਨਿਕਲ ਕੇ ਮਿਹਨਤ ਕਰਦੇ ਨਾ, ਮਿਹਨਤ ਦਾ ਪਤਾ ਉਹਨੂੰ ਆ ਜਦੋਂ ਰਿਕਸ਼ੇ ਤੇ 3 ਜਣੇ ਬੈਠੇ ਹੁੰਦੇ ਆ ਤੇ ਪੈਡਲ ਮਾਰਦੇ ਪੈਂਦੇ ਜੂਨ ਦੇ ਮਹੀਨੇ, ਤੇ ਜਦੋਂ ਚੜ੍ਹਾਈ ਚੜ੍ਹਨੀ ਹੋਵੇ ਤੇ ਉਤਰ ਕੇ ਬੰਦਾ ਜ਼ੋਰ ਲਾਉਂਦਾ ਤੇ 3 ਜਣੇ ਐ ਬੈਠੇ ਹੁੰਦੇ ਰਿਕਸ਼ੇ ਤੇ, ਉਦੋਂ ਪਤਾ ਲੱਗਦਾ ਵੀ ਭਾਈ ਮਿਹਨਤ ਦਾ ਮੁੱਲ ਕੀ ਆ। ਜਦੋਂ ਇੱਟਾਂ ਚੱਕਣੀਆਂ ਪੈਂਦੀਆਂ ਸਿਰ ਦੇ ਉੱਤੇ 10-10 12-12 ਤੇ ਫਿਰ ਪੌੜੀਆਂ ਵੀ ਚੜ੍ਹਦੀਆਂ, ਮਿਹਨਤ ਦਾ ਉਦੋਂ ਪਤਾ ਲੱਗਦਾ ਕੀ ਆ। ਜਦੋਂ ਰੋਟੀ ਵਾਲਾ ਡੱਬਾ ਬੰਦਾ ਸਾਈਕਲ ਦੇ ਪਿੱਛੇ ਟੰਗ ਕੇ ਕਾਠੀ ਤੇ ਲੈ ਕੇ ਆਉਂਦਾ ਚੌਂਕ ਦੇ ਵਿੱਚ, ਤੇ ਇਸ ਗੱਲ ਦੀ ਆਸ ਦੇ ਵਿੱਚ ਹੁੰਦਾ ਕਿ ਮੈਨੂੰ ਦਿਹਾੜੀ ਮਿਲੂਗੀ, ਤੇ ਅੱਧਾ ਦਿਨ ਖੜਨ ਦੇ ਬਾਵਜੂਦ ਉੱਥੇ ਦਿਹਾੜੀ ਨਾ ਮਿਲੇ ਤੇ ਬੰਦਾ ਮਸੋਸਿਆ ਹੋਇਆ ਘਰ ਆਉਂਦਾ, ਫਿਰ ਪਤਾ ਲੱਗਦਾ ਵੀ ਮਿਹਨਤ ਕੀ ਹੁੰਦੀ ਆ। ਤੇ ਅੱਜ ਮੈਨੂੰ ਮਿਹਨਤ ਮਜ਼ਦੂਰੀ ਮਿਲੀ ਨਹੀਂ ਤੇ ਮੇਰੇ ਟੱਬਰ ਦਾ ਰੋਟੀ ਟੁੱਕ ਕਿਵੇਂ ਚੱਲੂਗਾ। ਜੀ ਬਿਲਕੁਲ ਸਹੀ। ਹਰਮਨ ਜੀ, ਪਿਛਲੇ 2-3 ਦਿਨਾਂ ਤੋਂ ਨਾ ਮਨ ਦੇ ਵਿੱਚ ਬਹੁਤ ਸਾਰੇ ਖਿਆਲ ਆਉਂਦੇ ਆ ਜੀ। ਆਪਾਂ ਉਸ ਦਿਨ ਵੀ ਗੱਲ ਕੀਤੀ ਜਿਸ ਦਿਨ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੇ ਵਿੱਚ ਸਾਡੇ ਭਾਰਤ ਦੇ 5 ਫੌਜੀ ਜਵਾਨ ਅੱਤਵਾਦੀਆਂ ਨੇ ਸ਼ਹੀਦ ਕਰਤੇ ਜੀ। ਉਹਨਾਂ 5 ਦੇ ਬਾਰੇ ਅਸੀਂ ਇਹ ਗੱਲ ਕੀਤੀ ਸੀ ਵੀ ਇਹ ਕਿਸਾਨਾਂ ਦੇ ਵਿੱਚੋਂ ਆ, ਕਿਸਾਨ ਪਰਿਵਾਰਾਂ ਦੇ ਵਿੱਚੋਂ ਆ। ਲਾਹਣਤੀ ਲੋਕ ਜਿਹੜੇ ਕਿ ਕਿਸਾਨਾਂ ਨੂੰ ਅੱਤਵਾਦੀ ਕਹਿੰਦੇ ਆ, ਉਹ ਦੱਸਣ ਵੀ ਭਾਈ ਤੁਹਾਡੇ ਟੱਬਰ ਦੇ ਵਿੱਚੋਂ ਕਿੰਨੇ ਜਾਣੇ ਬਾਰਡਰਾਂ ਦੇ ਉੱਤੇ ਸ਼ਹੀਦ ਹੋਏ ਆ। ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ ਆ ਉਹਨਾਂ ਦੀ ਪੁੱਤ ਆ, ਇਹ ਉਹਨਾਂ ਦੇ ਟੱਬਰ ਦੇ ਜੀ ਆ, ਉਹਨਾਂ ਦੀ ਜੰਮੇ ਜਾਏ ਆ ਜੀ। ਤੇ ਫਿਰ ਅੱਤਵਾਦੀਆਂ ਦੇ ਘਰੇ ਅੱਤਵਾਦੀ ਪੈਦਾ ਹੋਣੇ ਸੀ। ਇਹਨਾਂ ਅੱਤਵਾਦੀਆਂ ਦੇ ਘਰ ਦੇ ਵਿੱਚ ਦੇਸ਼ ਭਗਤ ਪੈਦਾ ਹੋਏ ਆ, ਜਿਹੜੇ ਹਿੱਕਾਂ ਪੜਵਾ ਲੈਂਦੇ ਆ, ਬਾਰਡਰਾਂ ਦੇ ਉੱਤੇ ਦੇਸ਼ ਦੀ ਰਾਖੀ ਕਰਦੇ ਆ। ਤੇ ਉਹਨਾਂ ਅੱਤਵਾਦੀਆਂ ਨੇ ਗੋਲੀਆਂ ਮਾਰੀਆਂ ਜਿਨ੍ਹਾਂ ਨੂੰ ਆਪਾਂ ਕਦੇ ਵੇਖਿਆ ਨਹੀਂ ਤੇ ਜਿਨ੍ਹਾਂ ਨੂੰ ਕਦੇ ਆਪਾਂ ਨਿੰਦਦੇ ਨਹੀਂਗੇ ਜੀ। ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ, ਕੋਈ ਕੁਝ ਵੀ ਕਵੇ, ਇਹਨਾਂ ਦੇ ਹਿਸਾਬ ਨਾਲ ਹੀ ਹਰ ਚੀਜ਼ ਦੀ ਪਰਿਭਾਸ਼ਾ ਨਹੀਂ ਹੋ ਸਕਦੀ। ਵੀ ਦੇਸ਼ ਭਗਤ ਦੀ ਪਰਿਭਾਸ਼ਾ ਵੀ ਇਹਨਾਂ ਦੇ ਹਿਸਾਬ ਦੀ, ਦੇਸ਼ ਧਰੋਹੀ ਦੀ ਪਰਿਭਾਸ਼ਾ ਵੀ ਇਹਨਾਂ ਦੇ ਹਿਸਾਬ ਦੀ, ਅੱਤਵਾਦੀ ਦੀ ਪਰਿਭਾਸ਼ਾ ਵੀ ਇਹਨਾਂ ਦੇ ਹਿਸਾਬ ਦੀ। ਇਦਾਂ ਨਹੀਂ ਹੁੰਦਾ, ਸੱਚ ਸੱਚ ਹੁੰਦਾ ਤੇ ਉਹ ਸਦਾ ਹੀ ਸੱਚ ਹੀ ਰਹਿੰਦਾ। ਤੇ ਜਿਹੜੇ ਪੰਜਾਬ ਦੇ 3 ਫੌਜੀ ਜਵਾਨ ਸ਼ਹੀਦ ਹੋਏ ਆ, ਉਹਨਾਂ ਤਿੰਨਾਂ ਦਾ ਜਦੋਂ ਕੱਲ ਸੰਸਕਾਰ ਹੋਇਆ ਨਾ, ਯਕੀਨ ਮੰਨਿਓ ਜਿਹੜੀਆਂ ਵੀਡੀਓ ਆਈਆਂ, ਮੈਂ ਤਾਂ ਭਾਵੁਕ ਹੋ ਗਿਆ। ਮੈਂ ਆਥਣ ਦੇ ਵੇਲੇ ਇੱਥੇ ਬੈਠਾ ਭਾਵੁਕ ਹੋ ਗਿਆ, ਅੱਖਾਂ 'ਚੋਂ ਅਥਰੂ ਆ ਗਏ। ਸਾਥੀ ਨਾਲ ਦੇ ਕਹਿੰਦੇ ਵੀ ਕੀ ਗੱਲ ਹੋ ਗਈ। ਮੈਂ ਕਿਹਾ ਆਹ ਵੀਡੀਓ ਦੇਖੋ ਯਾਰ, ਗੱਜਣ ਸਿੰਘ ਦੀ ਧਰਮ ਪਤਨੀ ਜਿਹਦੇ ਚੂੜੇ ਦਾ ਰੰਗ ਹਾਲੇ ਫਿੱਕਾ ਨਹੀਂ ਪਿਆ, ਬਿਲਕੁਲ, ਉਹ ਉਠਾ ਕੇ ਕਹਿੰਦੀ ਉੱਠ ਗੱਜਣ ਸਿਆ, ਉੱਠ ਗੱਜਣ ਸਿਆ, ਉੱਠਦਾ ਕਿਉਂ ਨਹੀਂਗਾ। ਤੇ ਆਲਾ ਦੁਆਲਾ ਸਾਰਾ ਨਾ ਜਿਹੜਾ ਉਹ ਕਿਹੋ ਜਿਹਾ ਮਾਹੌਲ ਬਣ ਗਿਆ ਉੱਥੇ, ਤੇ ਜਿਹੜੇ ਦੇਖਣ ਵਾਲੇ ਉਹਨਾਂ ਦੇ ਅੱਖਾਂ ਦੇ ਵਿੱਚੋਂ ਅਥਰੂ ਕਿਵੇਂ ਵਹਿ ਤੁਰੇ ਜੀ। ਇਹਦੇ ਬਾਬਤ ਸਿਰਫ ਦੱਸਿਆ ਨਹੀਂ ਜਾ ਸਕਦਾ, ਇਹ ਗੱਲ ਮਹਿਸੂਸ ਕਰਨ ਵਾਲੀ ਆ ਵੀ ਮਨ ਦੇ ਉੱਤੇ ਕੀ ਬੀਤਦਾ ਹੋਊਗਾ। ਉਹ ਕਹਿੰਦੀ ਹੈ ਕਿ ਮੈਂ ਇਹਨੂੰ ਹੱਥ ਲਾ ਕੇ ਦੇਖ ਲਾਂ, ਤੇ ਫੌਜੀ ਜਵਾਨ ਕਹਿੰਦੇ ਵੀ ਨਾ ਤੁਸੀਂ ਟੱਚ ਨਾ ਕਰੋ, ਪਰ ਇੱਕ ਬਜ਼ੁਰਗ ਕਹਿੰਦਾ ਪੁੱਤ ਕਰ ਲੈ ਟੱਚ, ਤੂੰ ਕਿਹੜਾ ਵਾਰ-ਵਾਰ ਟੱਚ ਕਰਨਾ। ਉਦੋਂ ਭਾਵੁਕ ਹੋ ਗਿਆ। ਮਤਲਬ ਕਹਿਣ ਦਾ ਇਹ ਹੈ ਕਿ ਇਹੋ ਜਿਹੇ ਹਾਲਾਤ ਆ। ਜਦੋਂ ਜਸਵਿੰਦਰ ਸਿੰਘ ਦੀ ਮਾਂ, ਜਿਹੜੀ ਬਜ਼ੁਰਗ ਮਾਤਾ, ਜਿਹੜਾ ਕਿ ਕਪੂਰਥਲੇ ਦੇ ਪਿੰਡ ਮਾਨਾ ਤਲਵੰਡੀ ਦਾ, ਉਹਦੀ ਮਾਂ ਆਪਦੇ ਪੁੱਤ ਨੂੰ ਸਲੂਟ ਦਿੰਦੀ ਆ ਤੇ ਇਹ ਗੱਲ ਕਹਿੰਦੀ ਆ ਵੀ ਮੈਨੂੰ ਆਪਣੇ ਪੁੱਤ ਦੀ ਸ਼ਹੀਦੀ ਦੇ ਉੱਤੇ ਫਖਰ ਆ, ਇਹਨੇ ਦੇਸ਼ ਦੇ ਲਈ ਕੁਝ ਕਰ ਦਿਖਾਇਆ। ਕਹਿੰਦੀ ਆ ਇਹਦਾ ਪੋਤਾ, ਜਿਹੜਾ ਮੇਰਾ ਪੋਤਾ ਵਿਕਰਮਜੀਤ ਸਿੰਘ, ਜਦੋਂ ਇਹ ਜਵਾਨ ਹੋ ਗਿਆ, ਜਦੋਂ ਇਹਨੇ 10ਵੀਂ ਪਾਸ ਕਰ ਲਈ, ਇਹਨੂੰ ਵੀ ਫੌਜ ਦੇ ਵਿੱਚ ਭੇਜੂਗੀ, ਇਹ ਦੇਸ਼ ਦੀ ਰਾਖੀ ਕਰੇ। ਧੰਨ ਆ ਇਹੋ ਜਿਹੀਆਂ ਮਾਵਾਂ ਦੇ ਜਿਗਰੇ। ਬਿਲਕੁਲ ਸਹੀ ਗੱਲ ਹੈ। ਪਹਿਲਾਂ ਆਪਾਂ ਇਹਨਾਂ ਦਾ ਵੇਰਵਾ ਸਾਂਝਾ ਕਰ ਲਈਏ ਟਾਣਾ ਸਾਹਿਬ। ਗੱਜਣ ਸਿੰਘ ਨੂਰਪੁਰ ਬੇਦੀ ਤੋਂ ਸੀ, ਮਨਦੀਪ ਸਿੰਘ ਬਟਾਲਾ ਦੇ ਪਿੰਡ ਚੱਠਾ ਤੋਂ ਸੀ, ਜਸਵਿੰਦਰ ਸਿੰਘ ਮਾਨਾ ਤਲਵੰਡੀ ਕਪੂਰਥਲਾ ਤੋਂ ਸੀ। ਤੁਸੀਂ ਇਹ ਵੇਖੋ ਵੀ ਧੰਨ ਨੇ ਉਹ ਮਾਵਾਂ, ਧੰਨ ਨੇ ਉਹਨਾਂ ਦੇ ਜਿਗਰੇ, ਧੰਨ ਨੇ ਉਹ ਵੋਟੀਆਂ ਇਹਨਾਂ ਦੀਆਂ, ਧੰਨ ਨੇ ਉਹ ਨਿਆਣੇ ਜਿਨ੍ਹਾਂ ਦੇ ਸਿਰ ਦੇ ਉੱਪਰੋਂ ਬਾਪ ਦਾ ਸਾਇਆ ਉੱਠ ਚੁੱਕਿਆ ਹੈ। ਇਹ ਸਿਆਸਤਦਾਨ ਕੀ ਸਮਝਣਗੇ, ਕੀ ਦੁੱਖ ਹੁੰਦਾ, ਇਹ ਕਦੇ ਨਹੀਂ ਸਮਝ ਸਕਦੇ, ਕਿਉਂਕਿ ਹਮੇਸ਼ਾ ਬਾਰਡਰਾਂ ਦੇ ਉੱਪਰ ਦੇਸ਼ ਦੀ ਰਾਖੀ ਆਮ ਲੋਕਾਂ ਦੇ ਬੱਚੇ ਹੀ ਕਰਦੇ ਨੇ। ਕਦੇ ਆਪਾਂ ਸੁਣਿਆ ਕਿਸੇ ਸਿਆਸਤਦਾਨ ਦਾ ਪੁੱਤ ਬਾਰਡਰ ਦੀ ਰਾਖੀ ਦੇ ਉੱਪਰ ਖੜਾ ਹੋਵੇ? ਕਦੇ ਅਸੀਂ ਸੁਣਿਆ ਵੀ ਕਿਸੇ ਸਿਆਸਤਦਾਨ ਦੇ ਪੁੱਤ ਨੇ ਹਿੱਕ 'ਚ ਗੋਲੀ ਖਾਧੀ ਹੋਵੇ? ਕਦੇ ਅਸੀਂ ਸੁਣਿਆ ਕਿ ਕਿਸੇ ਸਿਆਸਤਦਾਨ ਦਾ ਪੁੱਤ ਏਦਾਂ ਸ਼ਹੀਦ ਹੋਇਆ ਹੋਵੇ? ਨਹੀਂ, ਇਹਨਾਂ ਦੇ ਆਪਦੇ ਬੱਚੇ ਤਾਂ ਵਿਦੇਸ਼ੀ ਧਰਤੀ ਦੇ ਉੱਪਰ ਇਹ ਆਪ ਲੋਕਾਂ ਦੇ ਪੈਸਿਆਂ ਦੇ ਨਾਲ ਸੈੱਟ ਕਰ ਦਿੰਦੇ ਨੇ, ਪਰ ਆਮ ਲੋਕ ਉਹ ਵਿਚਾਰੇ ਆਪਣਾ ਮੁਲਕ ਵੀ ਮਜਬੂਰੀ ਦੇ ਵਿੱਚ ਛੱਡਦੇ ਨੇ, ਉਹ ਮਿਹਨਤ ਮਸ਼ੱਕਤ ਕਰਨ ਦੇ ਲਈ ਛੱਡਦੇ ਨੇ ਤੇ ਸ਼ਹੀਦੀਆਂ ਵੀ ਉਹੀ ਪ੍ਰਾਪਤ ਕਰਦੇ ਨੇ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਅਗਲੀ ਗੱਲ ਇਹ ਹੈ ਕਿ ਜੋ ਮਨਦੀਪ ਸਿੰਘ ਆ ਚੱਠਾ ਪਿੰਡ ਦਾ, ਸਾਡਾ ਫੌਜੀ ਜਵਾਨ ਸ਼ਹੀਦ, ਉਹਦੇ ਮਾਪਿਆਂ ਨੇ ਜਿਹੜੀਆਂ ਭਾਵੁਕਤਾ ਵਾਲੀਆਂ ਗੱਲਾਂ ਕਹੀਆਂ ਤੇ ਜਿਸ ਤਰੀਕੇ ਦੇ ਨਾਲ ਉਹਦੀ ਧਰਮ ਪਤਨੀ ਨੇ ਸਲੂਟ ਦਿੱਤਾ, ਆਖਰੀ ਵਧਾਈ ਦਿੱਤੀ ਆ, ਉਹ ਮੇਰਾ ਸੱਚੀ ਮੁੱਚੀ ਕਾਲਜਾ ਪਾਟ ਗਿਆ ਜੀ ਵੀ ਇਉਂ ਵੀ ਆ। ਪਰ ਗੱਲ ਇਹ ਆ ਵੀ ਇਹ ਸਾਡੇ ਦੇਸ਼ ਦੇ ਵਿੱਚ ਚੱਲਦਾ। ਸਾਡੇ ਦੇਸ਼ ਦੇ ਰਾਜਨੀਤਿਕ ਲੋਕ ਤਾਂ ਇੱਕ ਮਜ਼ਾਕ ਬਣਾਈ ਬੈਠੇ ਆ, ਸ਼ਹੀਦ ਨੂੰ ਸ਼ਹੀਦ ਨਹੀਂ ਮੰਨਦੇ
ਦੇਸ਼ ਭਗਤ ਨੂੰ ਦੇਸ਼ ਭਗਤ ਨਹੀਂ ਮੰਨਦੇ, ਜਿਹਨੇ ਕੋਈ ਦੁੱਕੀ ਦੀ ਕੁਰਬਾਨੀ ਨਹੀਂ ਦਿੱਤੀ ਹੁੰਦੀ ਇਹਨਾਂ ਦੀ ਨਜ਼ਰ ਦੇ ਵਿੱਚ ਉਹ ਬਹੁਤ ਵੱਡੇ ਦੇਸ਼ ਭਗਤ ਬਣੇ ਹੋਏ ਆ। ਸੋ ਹੁਣ ਕਹਿ ਦਿਓ ਵੀ ਭਾਈ ਗੱਜਣ ਸਿੰਘ ਦੀ ਘਰ ਵਾਲੀ ਆ ਜਿਹੜੀ ਉਹ ਵੀ ਅੱਤਵਾਦੀ ਆ। ਹੁਣ ਕਹਿ ਦਿਓ ਮਨਦੀਪ ਸਿੰਘ ਦੀ ਜਿਹੜੀ ਮਾਂ ਉਹ ਵੀ ਅੱਤਵਾਦੀ ਆ। ਹੁਣ ਕਹਿ ਦਿਓ ਜਸਵਿੰਦਰ ਸਿੰਘ ਦਾ ਨਿਆਣਾ ਜਿਹੜਾ ਫਤਿਹਵੀਰ ਆ ਉਹ ਵੀ ਅੱਤਵਾਦੀ ਆ। ਕਹਿ ਦਿਓ ਹੁਣ ਜੀ, ਹੁਣ ਜ਼ੁਬਾਨਾਂ ਨਹੀਂ ਨਿਕਲਣਗੀਆਂ। ਹੁਣ ਤੁਸੀਂ ਵੇਖੋ ਕਿੰਨੀ ਕੁ ਕੋਈ ਗੱਲ ਕਰ ਰਿਹਾ ਇਸ ਬਾਬਤ। ਤੁਸੀਂ ਕਿਤੇ ਸੁਣਿਆ ਕਿਸੇ ਸਿਆਸਤਦਾਨ ਨੇ ਬਹੁਤ ਵੱਡਾ ਬਿਆਨ ਦਿੱਤਾ ਹੋਏ, ਪ੍ਰਧਾਨ ਮੰਤਰੀ ਮੋਦੀ ਇਸ ਮੁੱਦੇ ਦੇ ਉੱਪਰ ਬੋਲੇ ਹੋਣ? ਪਤਾ ਨਹੀਂ, ਮੈਨੂੰ ਤਾਂ ਸਮਝ ਨਹੀਂ ਆਉਂਦੀ ਟਾਣਾ ਸਾਹਿਬ ਵੀ ਸਾਡੇ ਮੁਲਕ ਦੇ ਵਿੱਚ ਇੰਨਾ ਕੁਝ ਵੱਡਾ ਵਾਪਰ ਗਿਆ, ਚਾਹੇ ਉਹ ਆਪਾਂ ਕਿਸਾਨਾਂ ਦੀ ਗੱਲ ਕਰੀਏ, ਚਾਹੇ ਉਹ ਆਪਾਂ ਇਹਨਾਂ ਸ਼ਹੀਦਾਂ ਦੀ ਗੱਲ ਕਰੀਏ। ਪ੍ਰਧਾਨ ਮੰਤਰੀ ਮੋਦੀ ਕੋਲ ਸ਼ਬਦ ਹੀ ਹੈ ਨਹੀਂ ਇਹਨਾਂ ਦੇ ਲਈ। ਉਹਨਾਂ ਨੂੰ ਇਹ ਪਤਾ ਹੈ ਵੀ ਦੂਸਰੇ ਮੁਲਕਾਂ ਦੇ ਵਿੱਚ ਕੀ ਕੁਝ ਵਾਪਰ ਰਿਹਾ, ਪਰ ਆਪਣੇ ਮੁਲਕ ਦੇ ਲੋਕ ਜਿਹੜੇ ਨੇ ਉਹ ਕੀ ਕਰ ਰਹੇ ਨੇ, ਕਿਵੇਂ ਜ਼ਿੰਦਗੀ ਹੰਢਾ ਰਹੇ ਨੇ, ਉਹਨਾਂ ਦੇ ਉੱਪਰ ਕੀ ਕੁਝ ਬੀਤ ਰਹੀ ਆ, ਉਹਦੇ ਲਈ ਉਹਨਾਂ ਕੋਲ 1 ਮਿੰਟ ਦਾ ਸਮਾਂ ਵੀ ਨਹੀਂ ਹੈ ਸ਼ਾਇਦ। ਗੱਲ ਇਹ ਆ ਵੀ ਜੈ ਜਵਾਨ ਤੇ ਜੈ ਕਿਸਾਨ ਦੇ ਨਾਅਰੇ ਨੂੰ ਜੀ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਕਿਸਾਨ ਤੇ ਉਹਨਾਂ ਦੇ ਪੁੱਤ ਬਾਰਡਰਾਂ ਦੇ ਉੱਤੇ ਦੇਸ਼ ਦੀ ਰਾਖੀ ਕਰਦੇ ਦੇ ਰਹੇ ਜਿਹੜੇ ਜਾਨ, ਇਹਨਾਂ ਦੇ ਵੱਲੋਂ ਹੀ ਸਾਕਾਰ ਕੀਤਾ ਜਾ ਰਿਹਾ। ਬਿਲਕੁਲ ਬਾਰਡਰਾਂ ਦੇ ਉੱਤੇ 700 ਤੋਂ ਵੱਧ ਕਿਸਾਨ ਤੇ ਮਜ਼ਦੂਰ ਇਸ ਵਕਤ ਮੌਤ ਦੀ ਬੁੱਕਲ 'ਚ ਚਲੇ ਗਏ ਆ। ਇਹਨਾਂ ਕਿਸਾਨਾਂ ਦੇ ਧੀਆਂ ਪੁੱਤ ਇਸ ਵੇਲੇ ਬਾਰਡਰਾਂ ਦੇ ਉੱਤੇ ਰਾਖੀ ਕਰਦੇ ਆ। ਆ ਗੱਜਣ ਸਿੰਘ ਆ ਜਿਹੜਾ ਫਰਵਰੀ ਮਹੀਨੇ 'ਚ ਵਿਆਹਿਆ ਗਿਆ ਸੀ, ਟਰੈਕਟਰ ਦੇ ਉੱਤੇ ਕਿਸਾਨੀ ਝੰਡਾ ਲਾ ਕੇ ਤੇ ਵਿਆਹਣ ਨੂੰ ਲੈਣ ਗਿਆ ਸੀਗਾ। ਸੋ ਆਪਾਂ ਕਿਵੇਂ ਕਹਿ ਦਿੰਨੇ ਆ, ਪਤਾ ਨਹੀਂ ਇਹਨਾਂ ਦੇ ਮੂੰਹ ਕਿਹੋ ਜਿਹੇ ਆ, ਇਹਨਾਂ ਦੀ ਮਾਨਸਿਕਤਾ ਕਿਹੋ ਜਿਹੀ ਆ, ਇਹਨਾਂ ਦੀ ਜ਼ਿਹਨੀਅਤ ਕਿਹੋ ਜਿਹੀ ਆ ਵੀ ਜਿਹਨੂੰ ਮਰਜ਼ੀ ਜੋ ਮਰਜ਼ੀ ਬਕਵਾਸ ਕਰ ਦਿੰਦੇ ਆ। ਰੱਬ ਦਾ ਵਾਸਤਾ ਵੀ ਤੁਸੀਂ ਆਪਦੀਆਂ ਕੁਰਸੀਆਂ ਦੀ ਰਾਖੀ ਕਰਨ ਵਾਲੇ ਲੋਕ ਆ, ਤੁਸੀਂ ਤਾਂ ਇਹ ਸੋਚਦੇ ਹੋ ਵੀ ਜਦੋਂ ਅਸੀਂ ਮਰ ਗਏ ਨਾ ਸਾਡੀ ਕੁਰਸੀ ਵੀ ਨਾਲ ਫੂਕ ਦਿਓ। ਬਿਲਕੁਲ ਸਹੀ। ਤੁਸੀਂ ਤਾਂ ਕਦੇ ਕੁਰਸੀ ਨਹੀਂ ਛੱਡ ਕੇ ਰਾਜ਼ੀ। ਇਹ ਲੋਕ ਆਪਦੇ ਦੇਸ਼ ਦੀ 1 ਇੰਚ ਜ਼ਮੀਨ ਨਹੀਂ ਛੱਡਦੇ। ਇਹ ਲੋਕ ਕਹਿੰਦੇ ਵੀ ਸਾਡੀ ਹਿੱਕ ਦੇ ਵਿੱਚ ਗੋਲੀ ਮਾਰੋ, ਪਰ ਤੁਸੀਂ ਕਹਿੰਦੇ ਨੇ ਨਾ ਵੀ ਇਹ ਸਿੱਖਾਂ ਦਾ ਅੰਦੋਲਨ ਆ, ਤੁਸੀਂ ਕਹਿੰਦੇ ਨੇ ਇਹ ਤਾਂ ਸਿੱਖ ਆ, ਇਹ ਤਾਂ ਕੋਈ ਹੋਰ ਭਾਈਚਾਰਾ ਹੈ ਨਹੀਂ। ਆ ਜਿਹੜੇ, ਮੈਂ ਵੈਸੇ ਇਸ ਗੱਲ 'ਚ ਪੈਂਦਾ ਨਹੀਂਗਾ, ਆ ਜਿਹੜੇ ਫੌਜੀ ਜਵਾਨ ਸ਼ਹੀਦ ਹੋਏ ਆ ਇਹਨਾਂ 'ਚੋਂ 3 ਸਿੱਖਾਂ ਦੇ ਹੀ ਆ। ਹੁਣ ਤੁਸੀਂ ਇਸ ਗੱਲ ਦੀ ਗਿਣਤੀ ਕਰਕੇ ਵੇਖ ਲਓ। ਅਸੀਂ ਹਿੰਦੂ ਭਰਾਵਾਂ ਦਾ ਵੀ ਸਤਿਕਾਰ ਕਰਦੇ ਆ, ਮੁਸਲਮ ਵੀਰਾਂ ਦਾ ਵੀ ਸਤਿਕਾਰ ਕਰਦੇ ਆ, ਪਰ ਤੁਸੀਂ ਵੰਡਿਆ ਇਸ ਕਦਰਾਂ ਵੀ ਆ ਗੱਲ ਕਹਿਣੀ ਪੈਂਦੀ ਹੈ। ਜੀ ਟੈਣਾ ਸਾਹਿਬ, ਆਮ ਲੋਕਾਂ ਨੂੰ ਥੋੜੀ ਕੋਈ ਪੰਗਾ ਇਸ ਸਭ ਕੁਝ ਦੇ ਕੋਲੋਂ। ਆਮ ਉੱਥੇ ਤੁਸੀਂ ਵੇਖੋ ਵੀ ਹਿੰਦੂ ਫੌਜੀ ਜਵਾਨ ਵੀ ਸਿੱਖ ਫੌਜੀ ਜਵਾਨ ਨੂੰ ਪਿਆਰ ਨਾਲ ਮਿਲਦਾ ਹੈ, ਮੁਸਲਿਮ ਫੌਜੀ ਜਵਾਨ ਵੀ ਬਾਕੀ ਸਾਰਿਆਂ ਨੂੰ ਪਿਆਰ ਨਾਲ ਮਿਲਦਾ ਹੈ। ਇਹ ਵੰਡੀਆਂ ਤਾਂ ਇਹਨਾਂ ਨੇ ਪਾਈਆਂ ਕਿਉਂਕਿ ਇਹਨਾਂ ਤੋਂ ਦੇਖ ਨਹੀਂ ਹੁੰਦਾ ਕਿ ਲੋਕ ਇਕੱਠੇ ਬਹਿ ਵੀ ਕਿਵੇਂ ਜਾਣ। ਸਹੀ। ਟਾਣਾ ਸਾਹਿਬ, ਇੱਕ ਖਬਰ ਆ ਰਹੀ ਹੈ ਜਿਹਨੇ ਵਾਕਈ ਬਹੁਤ ਕੁਝ ਸੋਚਣ ਦੇ ਲਈ ਮਜਬੂਰ ਕਰਤਾ ਕਿ ਆਖਰਕਾਰ ਹੋ ਕੀ ਰਿਹਾ ਹੈ। ਮਤਲਬ ਬਹੁਤੇ ਲੋਕ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਸ਼ਾਇਦ ਪਤਾ ਵੀ ਨਹੀਂ ਕਿ ਕੀ ਚੱਲ ਰਿਹਾ ਹੈ, ਪਰ ਆਪਾਂ ਉਸ ਗੱਲ ਦਾ ਜ਼ਿਕਰ ਜ਼ਰੂਰ ਕਰਾਂਗੇ ਵੀ ਅੱਧਿਓਂ ਵੱਧ ਪੰਜਾਬ ਦੇ ਉੱਪਰ ਇਸ ਵੇਲੇ BSF ਦਾ ਕਬਜ਼ਾ ਹੋ ਗਿਆ। ਦੇਖੋ ਜੀ, ਗੱਲ ਇਹ ਆ ਕਿ BSF ਯਾਨੀ ਕਿ ਬਾਰਡਰ ਸਿਕਿਉਰਿਟੀ ਫੋਰਸ, ਇਹਦੇ ਅਧਿਕਾਰ ਖੇਤਰ ਦੇ ਵਿੱਚ ਪਹਿਲਾਂ ਪੰਜਾਬ ਦਾ 15 ਕਿਲੋਮੀਟਰ ਤੱਕ ਦਾ ਹਿੱਸਾ ਸੀ ਜਿਹੜਾ ਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦਾ, ਯਾਨੀ ਕਿ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ। ਕਿਉਂਕਿ ਪੰਜਾਬ ਦੇ ਵਿੱਚ ਆਪਾਂ ਜਾਣਦੇ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਅੰਮ੍ਰਿਤਸਰ ਸਾਹਿਬ, ਫਾਜ਼ਿਲਕਾ ਜਾਂ ਕੁਝ ਹੋਰ ਖੇਤਰ ਆ ਜਿਹੜਾ ਉਹ ਇਸ ਵੇਲੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ। ਉਹ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ 15 ਕਿਲੋਮੀਟਰ ਦੇ ਏਰੀਏ ਦੇ ਵਿੱਚ ਖੇਤਰ ਦੇ ਵਿੱਚ BSF ਦੇ ਵੱਲੋਂ ਨਿਗਾਹ ਰੱਖੀ ਜਾਂਦੀ ਸੀ। ਉਹਨਾਂ ਨੂੰ ਅਧਿਕਾਰ ਸੀ ਕਿ 15 ਕਿਲੋਮੀਟਰ ਦੇ ਏਰੀਏ ਦੇ ਵਿੱਚ ਕੋਈ ਵੀ ਬੰਦਾ ਫੜਿਆ ਜਾ ਸਕਦਾ, ਕੋਈ ਚੀਜ਼ ਜ਼ਬਤ ਕੀਤੀ ਜਾ ਸਕਦੀ ਹੈ, ਕਿਸੇ ਦੀ ਵੀ ਤਲਾਸ਼ੀ ਲਈ ਜਾ ਸਕਦੀ ਹੈ। ਹੁਣ ਕੇਂਦਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਅਚਾਨਕ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ 15 ਕਿਲੋਮੀਟਰ ਦੇ ਖੇਤਰ ਨੂੰ ਵਧਾ ਕੇ BSF ਦੇ ਅਧਿਕਾਰ ਖੇਤਰ ਦੇ ਵਿੱਚ 50 ਕਿਲੋਮੀਟਰ ਕਰ ਦਿੱਤਾ ਗਿਆ। ਅੱਛਾ ਜੀ। ਮਤਲਬ ਇਹ ਆ ਵੀ ਅੱਧੇ ਪੰਜਾਬ ਦੇ ਉੱਤੇ ਅਸਿੱਧੇ ਤਰੀਕੇ ਦੇ ਨਾਲ ਪਿਛਲੇ ਦਰਵਾਜ਼ੇ ਥਾਣੀ ਕੇਂਦਰ ਦੀ ਸਰਕਾਰ ਦੇ ਵੱਲੋਂ BSF ਦੇ ਰਾਹੀਂ ਆਪਣਾ ਕਬਜ਼ਾ ਕਹਿ ਲਈਏ, ਇਹ ਗੱਲ ਮੇਰਾ ਖਿਆਲ ਆ ਵੀ ਗਲਤ ਨਹੀਂ ਹੋਣੀ ਵੀ ਕੇਂਦਰ ਦੀ ਸਰਕਾਰ ਨੇ ਆਪਣਾ ਕਬਜ਼ਾ ਕਰ ਲਿਆ। ਉੱਤਰ ਇਹਦਾ ਕੀ ਦਿੱਤਾ ਜਾ ਰਿਹਾ ਵੀ ਪਾਕਿਸਤਾਨ ਦੇ ਵੱਲੋਂ ਇਧਰ ਡਰੱਗ ਆ ਰਹੀ ਆ, ਪਾਕਿਸਤਾਨ ਦੇ ਵੱਲੋਂ ਇਧਰ ਹਥਿਆਰ ਭੇਜੇ ਜਾ ਰਹੇ ਆ, ਟਿਫਨ ਬੰਬ ਇਧਰ ਆ ਰਹੇ ਆ, ਹੋਰ ਬੜਾ ਕੁਝ ਆ ਰਿਹਾ। ਪਰ ਸੋਚਣ ਵਿਚਾਰਨ ਵਾਲੀ ਗੱਲ ਇਹ ਆ ਵੀ ਜੇਕਰ 15 ਕਿਲੋਮੀਟਰ ਦੇ ਘੇਰੇ ਦੇ ਵਿੱਚੋਂ ਨਿਕਲ ਕੇ ਚੀਜ਼ਾਂ ਪੰਜਾਬ ਦੇ ਵਿੱਚ ਵੜ ਜਾਂਦੀਆਂ ਤਾਂ ਫਿਰ ਉਹੀ BSF ਦੇ ਜਵਾਨ 50 ਕਿਲੋਮੀਟਰ ਦੇ ਘੇਰੇ ਦੇ ਵਿੱਚ ਕਿਵੇਂ ਕਾਰਵਾਈ ਕਰਨਗੇ ਜਦੋਂ 15 ਕਿਲੋਮੀਟਰ ਦੇ ਘੇਰੇ 'ਚ ਨਹੀਂ ਹੋਈ। ਪਰ ਇਸ ਮਾਮਲੇ ਦੇ ਉੱਤੇ ਰਾਜਨੀਤੀ ਭਖ ਰਹੀ ਹੈ। ਇੱਕ ਹੋਰ ਕਮਾਲ ਦੀ ਗੱਲ ਦੇਖੋ, ਗੁਜਰਾਤ ਦੀ ਜਿਹੜੀ ਸਰਹੱਦ ਆ ਉੱਥੇ 80 ਕਿਲੋਮੀਟਰ ਦੇ ਏਰੀਏ ਦੇ ਵਿੱਚ BSF ਦਾ ਜਿਹੜਾ ਉਹ ਅਧਿਕਾਰ ਸੀਗਾ ਉਹਨੂੰ 30 ਕਿਲੋਮੀਟਰ ਘਟਾ ਕੇ ਤੇ 50 ਕਰ ਦਿੱਤਾ ਗਿਆ। ਪੰਜਾਬ ਦਾ ਪੱਛਮੀ ਬੰਗਾਲ ਦਾ ਵਧਾ ਕੇ ਜਿਹੜਾ ਖੇਤਰ ਇਹ 15 ਤੋਂ 50 ਕੀਤਾ ਗਿਆ, 35 ਕਿਲੋਮੀਟਰ ਵਾਧਾ ਕਰ ਦਿੱਤਾ ਗਿਆ। ਸੋ ਇਹ ਇੱਕ ਰਾਜਨੀਤੀ ਦੇ ਤਹਿਤ ਹੋਇਆ ਜਾਂ ਇਹਦੇ ਪਿੱਛੇ ਹੋਰ ਸੱਚਾਈ ਕੀ ਹੈ, ਇਹਦੇ ਉੱਤੇ ਰਾਜਨੀਤਿਕ ਲੋਕ ਹੁਣ ਗੁੱਥਮ-ਗੁੱਥਾ ਹੋਣੇ ਸ਼ੁਰੂ ਹੋ ਗਏ ਆ। ਜੀ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਇਹ ਸਾਰਾ ਕੁਝ ਆਮ ਲੋਕਾਂ ਨੂੰ ਡਰਾਉਣ ਦੇ ਲਈ, ਆਪਣਾ ਦਬਦਬਾ ਦਿਖਾਉਣ ਦੇ ਲਈ ਤਾਂ ਸਾਰਾ ਕੁਝ ਕੀਤਾ ਗਿਆ। ਲੋਕ ਇਹ ਵੀ ਗੱਲ ਕਹਿ ਰਹੇ ਆ ਕਿ ਜੰਮੂ ਕਸ਼ਮੀਰ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਆਈ ਹੈ। ਜੀ ਔਰ ਲੋਕ ਇਹ ਵੀ ਕਹਿ ਰਹੇ ਨੇ
ਕਿ ਇਹ ਕਿਸਾਨਾਂ ਦੀ ਜਿਹੜੀ ਆਵਾਜ਼ ਉੱਠੀ ਹੋਈ ਹੈ ਉਹਦਾ ਕਰਕੇ ਹੀ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਹੈ। ਪਤਾ ਨਹੀਂ ਕੀ ਸੱਚਾਈ ਹੈ ਕੀ ਨਹੀਂ ਹੈ, ਪਰ 15 ਕਿਲੋਮੀਟਰ ਤੋਂ ਇੱਕਦਮ ਘੇਰਾ ਜਿਹੜਾ ਉਹ 50 ਕਿਲੋਮੀਟਰ ਕਰ ਦੇਣਾ, ਇਹ ਜ਼ਰੂਰ ਬਹੁਤ ਸਾਰੇ ਸਵਾਲ ਖੜੇ ਕਰ ਰਿਹਾ। ਤੁਸੀਂ ਨਾ ਪਿੱਛੇ ਨੂੰ ਝਾਤ ਮਾਰ ਕੇ ਦੇਖੋ, ਕੁਝ ਕੁ ਹਫ਼ਤਿਆਂ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੀ ਕਹਿੰਦੇ, ਕੈਪਟਨ ਸਾਹਿਬ, ਉਹ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਸੁਰੱਖਿਆ ਬਰਕਰਾਰ ਰਵੇ। ਉਹ ਜਦੋਂ ਵਾਰ-ਵਾਰ ਇਹ ਗੱਲ ਕਹਿੰਦੇ ਸੀ ਕਿ ਪਰਲੇ ਪਾਰੋਂ ਬਹੁਤ ਕੁਝ ਗਲਤ ਹੋ ਸਕਦਾ, ਪੰਜਾਬ ਦੇ ਵਿੱਚ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ, ਸਿੱਧੂ ਦੇ ਸੰਬੰਧ ਪਰਲੇ ਪਾਰ ਆ, ਇਹ ਅਸੁਰੱਖਿਆ ਦੀ ਭਾਵਨਾ ਜਿਹੜੀ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਆਊਗੀ, ਉਦੋਂ ਪਤਾ ਨਹੀਂ ਸੀ ਲੱਗਦਾ ਵੀ ਅੰਦਰ ਖਾਤੇ ਗੱਲ ਚੱਲ ਕਿਹੜੀ ਰਹੀ ਆ। ਇਹਦੀ ਵਜ੍ਹਾ ਕੀ ਆ, ਉਹ ਵਾਰ-ਵਾਰ ਇੱਕੋ ਗੱਲ ਤੇ ਜ਼ੋਰ ਕਿਉਂ ਦਿੰਦੇ ਆ, ਤੇ ਮੈਨੂੰ ਲੱਗਦਾ ਵੀ ਉਹਦੀ ਵਜ੍ਹਾ ਸ਼ਾਇਦ ਆਹਾ ਸੀ, ਕਿਉਂਕਿ ਪਿਛਲੇ ਦਿਨੀ ਕਈ ਨੇਤਾ ਜਿਹੜੇ ਪੰਜਾਬ ਦੇ ਉਹ ਮਿਲ ਕੇ ਵੀ ਆਏ ਅਮਿਤ ਸ਼ਾਹ ਨੂੰ, ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤਾਂ ਹੁੰਦੀਆਂ, ਕੈਪਟਨ ਅਮਰਿੰਦਰ ਸਿੰਘ ਵੀ ਅਮਿਤ ਸ਼ਾਹ ਨੂੰ ਮਿਲੇ ਆ, ਇਉਂ ਤਾਂ ਚੰਨੀ ਸਾਹਿਬ ਵੀ ਮਿਲੇ ਆ। ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਵੇਂ ਉਬਾਲ ਆਇਆ, ਇਧਰੋਂ ਸੁਨੀਲ ਜਾਖੜ ਹੋਰੀ ਕਹਿੰਦੇ ਵੀ ਸ਼ਾਇਦ ਚੰਨੀ ਹੋਰਾਂ ਦੇ ਕੋਲੋਂ ਅਣਜਾਣਪੁਣੇ 'ਚ ਇਹ ਗੱਲ ਕਰੀ ਗਈ ਆ, ਕਿਉਂਕਿ ਉਧਰ ਅਮਿਤ ਸ਼ਾਹ ਨੂੰ ਮਿਲ ਕੇ ਆਇਆ, ਇਧਰ ਫੈਸਲਾ ਇਹੋ ਜਿਹਾ ਹੋ ਗਿਆ। ਇਧਰ ਹੁਣ ਉਪ ਮੁੱਖ ਮੰਤਰੀ ਆ ਜਿਹੜੇ ਤੇ ਗ੍ਰਹਿ ਵਿਭਾਗ ਦੇ ਮੰਤਰੀ ਪੰਜਾਬ ਦੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੇ ਨਿੰਦਿਆ ਕੀਤੀ ਕੇਂਦਰ ਦੇ ਫੈਸਲੇ ਦੀ, ਚੰਨੀ ਹੋਰੀ ਵੀ ਨਿੰਦਿਆ ਕਰ ਰਹੇ ਆ, ਪਰ ਸਭ ਤੋਂ ਵੱਧ ਸਿਫਤ ਕੌਣ ਕਰ ਰਿਹਾ, ਕੈਪਟਨ ਅਮਰਿੰਦਰ ਸਿੰਘ। ਉਹ ਕਹਿੰਦੇ ਵੀ ਬਿਲਕੁਲ ਠੀਕ ਕੀਤਾ ਗਿਆ, ਕੇਂਦਰ ਨੇ ਜਿਹੜਾ ਫੈਸਲਾ ਕੀਤਾ ਕਮਾਲ ਹੀ ਕਰਤੀ, ਉਹ ਕਈ ਝੜਤੇ ਇਹਨਾਂ ਨੇ। ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਸੀ ਵਜ਼ਾਰਤ ਦੇ ਵਿੱਚ, ਇਹ ਕਹਿੰਦਾ ਜਦੋਂ ਮੁੱਖ ਮੰਤਰੀ ਸੀ ਉਹ, ਕਿ ਉਦੋਂ ਖਤਰਾ ਨਹੀਂ ਸੀ ਪੰਜਾਬ ਨੂੰ, ਕਿ ਉਦੋਂ ਪਾਕਿਸਤਾਨ ਤੋਂ ਕੁਝ ਵੀ ਅਜਿਹਾ ਨਹੀਂ ਸੀ ਹੋ ਰਿਹਾ, ਕਿ ਉਦੋਂ ਹਥਿਆਰਾਂ ਦੀ ਸਮਗਲਿੰਗ, ਨਸ਼ੇ ਦੀ ਸਮਗਲਿੰਗ ਜਾਂ ਟਿਫਨ ਬੰਬ, ਈਵਨ ਇੱਥੋਂ ਤੱਕ ਕਿ ਟਿਫਨ ਬੰਬ ਵਾਲਾ ਰੌਲਾ ਹੀ ਉਦੋਂ ਪਿਆ ਸੀ ਜਦੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸੀ। ਤੇ ਉਦੋਂ ਜੇਕਰ ਇੰਨਾ ਸਭ ਕੁਝ ਨਹੀਂ ਹੋਇਆ ਤੇ ਹੁਣ ਹੋ ਰਿਹਾ ਹੈ, ਇਹ ਸਭ ਕੁਝ ਆਪਣੇ ਆਪ ਦੇ ਵਿੱਚ ਹੀ ਬਹੁਤ ਜ਼ਿਆਦਾ ਇੱਕ ਸਵਾਲ ਖੜੇ ਕਰ ਰਿਹਾ ਹੈ। ਵਸਦਾ ਰਵੇ, ਇਹਦੀ ਅਸੀਂ ਹਮੇਸ਼ਾ ਕਾਮਨਾ ਕਰਦੇ ਹਾਂ, ਅਰਦਾਸ ਕਰਦੇ ਹਾਂ, ਪਰ ਪੰਜਾਬ ਦੀ ਧਰਤੀ ਦੇ ਉੱਤੇ ਜੋ ਰਾਜਨੀਤੀ ਦੇ ਬੀਜ ਬੀਜੇ ਜਾ ਰਹੇ ਆ, ਇਹਦੇ ਸਿੱਟੇ ਪਤਾ ਨਹੀਂ ਕਿਹੋ ਜਿਹੇ ਨਿਕਲਣਗੇ, ਇਹਨੂੰ ਫਲ ਪਤਾ ਨਹੀਂ ਕਿਹੋ ਜਿਹਾ ਲੱਗੂਗਾ। ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਵੀ ਪਸਰ ਰਹੀ ਆ, ਲੋਕ ਇਹ ਵੀ ਸੋਚਦੇ ਵੀ ਇਹ ਆਪਦੀਆਂ ਕਿਹੜਾਂ ਕੱਢਣ ਦੇ ਲਈ, ਇਹ ਆਪਦੀਆਂ ਚਾਲਾਂ ਚੱਲਣ ਦੇ ਲਈ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਨਿਸ਼ਾਨੇ ਦੇ ਉੱਤੇ ਰੱਖ ਰਹੇ ਆ। ਬਿਲਕੁਲ ਸਹੀ। ਰਾਣਾ ਸਾਹਿਬ, ਚੰਨੀ ਸਾਹਿਬ ਦੇ ਪੁੱਤ ਦਾ ਵਿਆਹ ਤਾਂ ਹੋ ਗਿਆ, ਪਰ ਬਹੁਤ ਸਾਰੀਆਂ ਤਸਵੀਰਾਂ, ਵੀਡੀਓਜ਼ ਅਜੇ ਤੱਕ ਵਾਇਰਲ ਹੋ ਰਹੀਆਂ ਨੇ, ਕਹਿੰਦੇ 4 ਪੁਲਿਸ ਵਾਲੇ ਜਿਹੜੇ ਮੁਅੱਤਲ ਕਰ ਦਿੱਤੇ ਗਏ ਨੇ। ਦੇਖੋ, ਬਹੁਤ ਸਾਰੀਆਂ ਤਸਵੀਰਾਂ ਸੱਚੀ ਗੱਲ ਤੁਹਾਡੀ ਵਾਇਰਲ ਹੋ ਰਹੀਆਂ। ਅਸੀਂ ਸਾਦਗੀ ਦੀ ਗੱਲ ਕੀਤੀ ਵੀ ਉਹਨਾਂ ਨੇ ਬਹੁਤ ਸਾਦਾ ਵਿਆਹ ਕੀਤਾ, ਉਹਨਾਂ ਨੇ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ, ਜਿੰਨੇ ਮੰਤਰੀ ਆਏ ਸੀ ਉਹ ਵੀ ਪੰਗਤ ਦੇ ਵਿੱਚ ਬੈਠੇ ਆ, ਉਹਨਾਂ ਨੇ ਨਾ ਕਿਸੇ ਤੋਂ ਸ਼ਗਨ ਲਿਆ ਤੇ ਨਾ ਹੀ ਕੋਈ ਢੋਲ ਢਮੱਕਾ ਕੀਤਾ, ਨਾ ਪਕੌੜਿਆਂ ਦੇ ਸਟਾਲਾਂ ਲਾਈਆਂ ਤੇ ਨਾ ਹੀ ਕੋਈ ਹੋਰ ਗੋਲ ਗੱਪਿਆਂ ਦੀਆਂ ਲਾਈਆਂ, ਤੇ ਇਹ ਲੱਗਾ ਵੀ ਇਹੋ ਜੀ ਸਾਦਗੀ ਹਰ ਕਿਸੇ ਨੂੰ ਅਪਣਾਉਣੀ ਚਾਹੀਦੀ ਹੈ। ਪਰ ਫੇਰ ਫੋਟੋਆਂ ਆਈਆਂ, ਕਹਿੰਦੇ ਵੀ ਰਿਸੈਪਸ਼ਨ ਦੇ ਵਿੱਚ ਬੜਾ ਤਾਮਝਾਮ ਸੀਗਾ, ਕਹਿੰਦੇ ਵੀ ਉੱਥੇ ਤਾਂ ਬਹੁਤ ਮਸ਼ਹੂਰ ਚੀਜ਼ਾਂ, ਬੜੀਆਂ ਮਹਿੰਗੀਆਂ ਚੀਜ਼ਾਂ ਉੱਥੇ ਖਵਾਈਆਂ ਪਈਆਂ ਗਈਆਂ। ਫਿਰ ਪਤਾ ਲੱਗਾ ਵੀ ਲੇਡੀ ਸੰਗੀਤ ਦੇ ਵਿੱਚ ਵੀ ਪੂਰਾ ਜਾਹੋ ਜਲਾਲ ਸੀ ਇਹਨਾਂ ਦੇ। ਤੇ ਹੁਣ ਲੇਡੀ ਸੰਗੀਤ ਨਾਲ ਸੰਬੰਧਿਤ ਇੱਕ ਨਵੀਂ ਖਬਰ ਸਾਹਮਣੇ ਆ ਗਈ ਹੈ। ਇੱਕ ਪੈਲਸ ਦੇ ਵਿੱਚ, ਵੱਡੇ ਪੈਲਸ ਦੇ ਵਿੱਚ ਜਿਹੜਾ ਕਿ ਚੰਡੀਗੜ੍ਹ ਦੇ ਵੱਲ ਆ, ਉੱਥੇ ਕਹਿੰਦੇ ਲੇਡੀ ਸੰਗੀਤ ਦਾ ਪ੍ਰੋਗਰਾਮ ਰੱਖਿਆ ਗਿਆ। ਉਹਦੇ ਵਿੱਚ ਪੁਲਿਸ ਕਰਮਚਾਰੀਆਂ ਦੇ ਵੱਲੋਂ ਅਣਗਹਿਲੀ ਵਰਤੀ ਗਈ ਆ। ਪ੍ਰੋਟੋਕਾਲ ਦੇ ਨਿਯਮਾਂ ਦੇ ਮੁਤਾਬਕ ਉਹਨਾਂ ਨੇ ਸਹੀ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਦੇ ਨਾਲ ਡਿਊਟੀ ਨਹੀਂ ਕੀਤੀ, ਜਿਹਦੇ ਕਰਕੇ 4 ਪੁਲਿਸ ਮੁਲਾਜ਼ਮ ਹੁਣ ਸਸਪੈਂਡ ਕਰ ਦਿੱਤੇ ਗਏ ਆ। ਕਹਿੰਦੇ ਵੀ ਜਿਨ੍ਹਾਂ ਦੀ ਡਿਊਟੀ ਲਾਈ ਸੀ ਗੇਟ ਦੇ ਉੱਤੇ ਵੀ ਸਖਤੀ ਦੇ ਨਾਲ ਪੁੱਛਗਿੱਛ ਕਰਕੇ ਹੀ ਅੰਦਰ ਵੜਨ ਦੇਣਾ, ਉਹਨਾਂ ਦੇ ਵਿੱਚੋਂ ਕਈ ਮੁਲਾਜ਼ਮਾਂ ਜਿਹੜੇ ਉਹ ਦਾਰੂ ਪੀ ਜਾਂਦੇ ਸੀ, ਕੋਈ ਅੰਦਰ ਵੜ ਕੇ ਪੈਲਸ ਦੇ ਫੋਟੋਆਂ ਖਿਚਵਾਉਣ 'ਚ ਲੱਗਾ ਸੀ, ਕੋਈ ਹੋਰ ਤਰੀਕੇ ਦੇ ਨਾਲ ਮਹਿਮਾਨਾਂ ਦੇ ਨਾਲ ਮਿਲ ਰਿਹਾ ਸੀ। ਇੱਕ ਤਾਂ ਉੱਥੇ ਇਹੋ ਜਿਹਾ ਗਸਟਡ ਅਧਿਕਾਰੀ ਵੀ ਸੀਗਾ ਜਿਹੜਾ ਇੱਕ ਮੰਤਰੀ ਦੇ ਪੈਰੀਂ ਹੱਥ ਲਾ ਰਿਹਾ ਸੀ ਤੇ ਉਹਦੀ ਵੀ ਫੋਟੋ ਖਿੱਚੀ ਗਈ ਆ। ਸੋ ਇਸ ਮਾਮਲੇ ਦੇ ਬਹੁਤ ਵੱਡਾ ਤੂਲ ਫੜਿਆ ਤੇ ਹੁਣ ਪਤਾ ਲੱਗਾ ਜੀ ਕਿ 4 ਜਣੇ ਇਸ ਮਾਮਲੇ 'ਚ ਸਸਪੈਂਡ ਕੀਤੇ ਗਏ ਆ, ਜਿਹੜੇ ਡਿਊਟੀ ਦੀ ਥਾਂ ਦੇ ਉੱਤੇ ਅੰਦਰ ਹੋਰ ਸ਼ੰਗਣ ਮੰਗਣ ਕਰੀ ਜਾਂਦੇ ਸੀ। ਜੀ, ਗੱਲ ਇਹ ਹੈ ਕਿ ਲੋਕੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀ ਸਾਦਗੀ ਵੇਖ ਕੇ। ਟਾਣਾ ਸਾਹਿਬ, ਆਪਾਂ ਵੀ ਉਸ ਦਿਨ ਗੱਲ ਕੀਤੀ ਸੀ ਕਿ ਜ਼ਰੂਰ ਹਰ ਇੱਕ ਨੂੰ ਇੱਥੋਂ ਸਿੱਖਣਾ ਚਾਹੀਦਾ ਹੈ ਕਿ ਜੇਕਰ ਮੁੱਖ ਮੰਤਰੀ ਸਾਹਿਬ ਆਪਣੇ ਪੁੱਤ ਦਾ ਵਿਆਹ ਇੰਨੇ ਸਾਦੇ ਤਰੀਕੇ ਨਾਲ ਕਰ ਸਕਦੇ ਨੇ ਤਾਂ ਤੁਸੀਂ ਕਿਉਂ ਨਹੀਂ। ਸੋ ਉਸ ਤੋਂ ਬਾਅਦ ਵਿੱਚ ਇਹੋ ਜਿਹੀਆਂ ਤਸਵੀਰਾਂ ਦਾ ਸਾਹਮਣੇ ਆ ਜਾਣਾ, ਇਹਦੇ ਨਾਲ ਲੋਕਾਂ ਦੇ ਵਿੱਚ ਇੱਕ ਕਹਿ ਲਓ ਮਜ਼ਾਕ ਜਿਹਾ ਸ਼ੁਰੂ ਹੋ ਗਿਆ ਹੈ ਨਾ। ਲੋਕੀ ਇੱਕ ਦੂਸਰੇ ਨੂੰ ਹੁਣ ਉਹ ਜਿਹੜੀਆਂ ਤਸਵੀਰਾਂ ਅੱਗੇ ਭੇਜ ਕੇ ਤੇ ਮਜ਼ਾਕ ਉਡਾ ਰਹੇ ਨੇ ਸਭ ਕੁਝ ਦਾ। ਸੋ ਮੈਨੂੰ ਲੱਗਦਾ ਹੈ ਕਿ ਜੇਕਰ ਉਹ ਸਾਰਾ ਕੁਝ ਸਾਦੇ ਤਰੀਕੇ ਨਾਲ ਕੀਤਾ ਸੀ ਤੇ ਸਾਦਗੀ ਹੀ ਦਿਖਾਉਣੀ ਚਾਹੀਦੀ। ਮੈਨੂੰ ਇੱਕ ਬੰਦੇ ਨੇ ਫੋਟੋ ਭੇਜੀ, ਕਹਿੰਦੇ ਵੀ ਜਿਹੜੀ ਆ ਪਾਣੀ ਦੀ ਬੋਤਲ ਆ ਨਾ, ਇਹ 800 ਤੇ ਕੁਛ ਰੁਪਈਆਂ ਦੀ ਆ। ਮੈਂ ਕਿਹਾ ਵੀ ਮੈਨੂੰ ਤਾਂ ਭਰਾਵਾ ਪਤਾ ਨਹੀਂਗਾ, ਮੈਨੂੰ ਤਾਂ ਟੂਟੀ ਦਾ ਪਾਣੀ ਪੀਣ ਦਾ ਪਤਾ, ਮੈਂ ਤਾਂ ਨਲਕੇ ਵਾਲਾ ਬੰਦਾ। ਸਾਫ ਸੁਥਰਾ ਪਾਣੀ ਹੋਵੇ, ਨਾ ਸਾਨੂੰ 800 ਵਾਲੀ ਦਾ ਪਤਾ, ਨਾ ਸਾਨੂੰ 450 ਵਾਲੀ ਦਾ ਪਤਾ, ਨਾ ਸਾਨੂੰ 1500 ਵਾਲੀ ਦਾ ਪਤਾ, ਨਾ ਸਾਨੂੰ 150 ਵਾਲੀ ਦਾ ਪਤਾ। ਸੋ ਕਹਿਣ ਦਾ ਭਾਵ ਇਹ ਆ ਵੀ ਸਾਦਗੀ ਹਰ ਬੰਦੇ ਦੀ ਜ਼ਿੰਦਗੀ 'ਚ ਹੋਣੀ ਚਾਹੀਦੀ ਹੈ ਤੇ ਇਹ ਗੱਲ ਦੱਸਣ ਦੇ ਮੁਤਾਬਕ ਨਹੀਂ ਕਰਨੀ ਚਾਹੀਦੀ ਵੀ ਜੇਕਰ ਉਹਨੇ ਸਾਦਾ ਕੀਤਾ ਤੇ ਮੈਂ ਵੀ ਸਾਦਾ ਕਰਾਂ, ਕਿਉਂਕਿ ਕਰਜ਼ਾ ਸਾਡੇ ਆਪੋ ਆਪਣੇ ਸਿਰ ਤੇ ਚੜਦਾ। ਉਮਰ ਭਰ ਦੀ ਪੂੰਜੀ ਸਾਡੀ 3-4 ਘੰਟਿਆਂ ਦੇ ਪ੍ਰੋਗਰਾਮ ਦੇ ਉੱਤੇ ਲੱਗਦੀ ਆ। ਆ ਹੱਡੀਆਂ ਹੀ ਹੱਡੀਆਂ ਦਿਸਦੀਆਂ ਹੁੰਦੀਆਂ ਪੈਲਸ 'ਚ, ਦਾਰੂ ਦੀਆਂ ਬੋਤਲਾਂ ਰੁੜਦੀਆਂ ਫਿਰਦੀਆਂ ਹੁੰਦੀਆਂ,
ਉਥੇ ਗਾਣੇ ਵਾਣੇ ਪਤਾ ਨਹੀਂ ਕੀ ਕੋਈ ਚੱਲੀ ਜਾਂਦਾ ਹੁੰਦਾ, ਉਥੇ ਪਤਾ ਨਹੀਂ ਲੱਗਦਾ ਵੀ ਕੌਣ ਆਇਆ ਸੀ ਤੇ ਕੌਣ ਚਲਾ ਗਿਆ। ਤੁਹਾਡਾ ਨਿੱਜੀ ਸਮਾਗਮ ਆ, ਇਹ ਸੀਮਤ ਜਾਂ ਹੋਵੇ ਤੇ ਸੰਖੇਪ ਜਾਂ ਹੋਵੇ, ਤੁਹਾਨੂੰ ਪਤਾ ਲੱਗੇ ਵੀ ਭਾਈ ਕੌਣ ਕੌਣ ਆਏ ਸੀ, ਮਿਲ ਬੈਠ ਕੇ ਇੱਕ ਮੌਕਾ ਹੁੰਦਾ, ਇੱਕ ਬਹਾਨਾ ਹੁੰਦਾ ਵੀ ਸਾਰੇ ਜਾਣੇ ਇਕੱਠੇ ਹੋਏ ਆ, ਖਾ ਪੀ ਕੇ ਢਿੱਡ ਤੇ ਫਿਰਿਆ, ਹੱਥ ਮਾਰੀ ਕੇ ਇਧਰ ਨੂੰ ਚਲੇ ਗਏ, ਕੋਈ ਕਾਰ ਕੱਢਦਾ ਆ ਗਿਆ, ਭਜੂ ਭਜੂ ਕਰਦਾ ਆਉਂਦਾ, ਭਜੂ ਭਜੂ ਕਰਦਾ ਜਾਂਦਾ। ਜ਼ਿੰਦਗੀ ਦੀ ਰਫ਼ਤਾਰ ਤਾਂ ਤੇਜ਼ ਹੈਗੀ ਆ, ਪਰ ਨੋਟ ਤਾਂ ਸਾਡੇ ਆਪਣੇ ਆ। ਬਿਲਕੁਲ ਉਮਰ ਭਰ ਦੀ ਪੂੰਜੀ ਆਪਾਂ ਕਿਹੜੀ ਗੱਲੋਂ ਨੱਕ ਦੇ ਚੱਕਰ 'ਚ ਉਜਾੜੀ ਜਾਂਦੇ ਜੀ। ਤੇ ਨਾਲੇ ਦੂਸਰੇ ਬੰਨੇ ਜਿੱਥੋਂ ਤੱਕ ਗੱਲ ਰਹਿ ਗਈ ਨਾ ਪੁਲਿਸ ਮੁਲਾਜ਼ਮਾਂ ਦੀ, ਦੇਖੋ ਡਿਊਟੀ ਦੇ ਉੱਤੇ ਜਦੋਂ ਤੁਸੀਂ ਹੋ, ਚਾਹੇ ਉਹ ਕਿਸੇ ਵੀ ਮਹਿਕਮੇ ਦੇ ਵਿੱਚ ਹੋ, ਤਾਂ ਡਿਊਟੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਆਪਾਂ ਨੂੰ ਕੰਮ ਕਰਨ ਦੇ ਪੈਸੇ ਮਿਲਦੇ ਨੇ। ਜੇਕਰ ਆਪਾਂ ਇਸੇ ਤਰੀਕੇ ਨਾਲ ਹਾਸੇ ਦੇ ਪਾਤਰ ਬਣਾਂਗੇ ਤੇ ਫਿਰ ਲੋਕ ਕਿੱਥੋਂ ਵਿਸ਼ਵਾਸ ਕਰਨਗੇ? ਮੈਂ ਤੁਹਾਨੂੰ ਇੱਕ ਵਾਰੀ ਉਦਾਹਰਨ ਦਿੱਤੀ ਸੀ, ਅੱਜ ਫੇਰ ਦਿੰਨਾ। ਸਾਡੇ ਇੱਕ ਜਾਣਕਾਰ ਦਾ ਗਾਂ ਇੱਕ ਮਿੱਤਰ ਆ, ਗੁਰਬਤ ਦੇ ਵਿੱਚੋਂ ਨਿਕਲਦਾ, ਚਲੋ ਉਹਦੀ ਆਲੇ ਦੁਆਲੇ ਦੇ ਸਾਥੀ ਮਦਦ ਵੀ ਕਰਦੇ ਹੋਣਗੇ ਤੇ ਕਰਨੀ ਵੀ ਚਾਹੀਦੀ ਹੈ। ਉਹਨੇ ਨਾ ਆਪਦੀ ਧੀ ਨੂੰ ਪੜ੍ਹਨੋਂ ਹਟਾ ਲਿਆ। ਉਹ 7ਵੀਂ 8ਵੀਂ ਦੇ ਵਿੱਚ ਕੁੜੀ ਪੜ੍ਹਦੀ ਸੀ, ਉਹਨੂੰ ਪੜ੍ਹਨੋਂ ਹਟਾ ਲਿਆ। ਉਹਨੂੰ ਕਾਰਨ ਪੁੱਛਿਆ, ਦੋਸਤਾਂ ਨੇ ਕਹਿੰਦਾ ਵੀ ਦੇਖੋ ਪੜ੍ਹਾਈ ਬਹੁਤ ਮਹਿੰਗੀ ਹੋਈ ਪਈ ਆ, ਮੈਂ ਇੰਨੇ ਪੈਸੇ ਨਹੀਂ ਖਰਚ ਸਕਦਾ, ਤੇ ਕੁੜੀ ਨੂੰ ਬਸ ਨਾਂ ਲਿਖਣਾ ਆ ਗਿਆ ਤੇ ਕੁੜੀ ਚਿੱਠੀ ਪੜ੍ਹ ਸਕਦੀ ਆ, ਤੇ ਕੁੜੀ ਤੋਂ ਹੋਰ ਆਪਾਂ ਕਰਾਉਣਾ ਕੀ, ਪੜ੍ਹਾ ਕੇ ਤਾਂ ਬਗਾਨਾ ਧਨ ਹੁੰਦੀ ਆ, ਜਿਹੜੀ ਕਿ ਸਾਡੀ ਧਾਰਨਾ ਕੁਝ ਕੁ ਲੋਕਾਂ ਦੀ। ਪਰ ਉਹਨੇ ਆਪਦੇ ਮੁੰਡੇ ਦੇ ਜਨਮ ਦਿਨ ਦੇ ਉੱਤੇ 40-45 ਹਜ਼ਾਰ ਰੁਪਇਆ ਵਿਆਜੂ ਫੜਿਆ ਤੇ ਦਾਰੂ ਸਿੱਕਾ ਪੂਰਾ ਚਲਾਇਆ। ਉਹਨੇ ਡੀਜੇ ਲਵਾਇਆ ਤੇ ਕਹਿੰਦਾ ਜੀ ਦੇਖੋ ਮੈਨੂੰ ਮੁੰਡੇ ਦੇ ਜਨਮ ਦਿਨ ਦੀ ਖੁਸ਼ੀ ਬਹੁਤ ਆ। ਇੱਕ ਪਾਸੇ ਤੇਰੇ ਕੋਲੇ ਪੈਸੇ ਹੈ ਨਹੀਂ ਕੁੜੀ ਪੜਾਉਣ ਦੇ ਲਈ, ਤੇ ਮੁੰਡੇ ਦੇ ਜਨਮ ਦਿਨ ਦੇ ਉੱਤੇ ਬਾਗੀਆਂ ਪਾਉਣਾ, ਤੇ ਲੋਕਾਂ ਦੀ ਮੱਤ ਨੂੰ ਹੀ ਕੁਝ ਹੋਇਆ ਪਿਆ। ਪਤਾ ਨਹੀਂ ਲੋਕ ਸੱਚੀ ਦਿਮਾਗੋਂ ਪੈਦਲ ਹੋ ਚੁੱਕੇ ਨੇ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ 'ਚ ਅੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ, ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ ਟਾਣਾ ਸਾਹਿਬ। ਹੁਣ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ। ਕਰੋ। ਕਦੋਂ ਆਪਣੀਆਂ ਗੱਲਾਂ ਬਦਲ ਜਾਂਦੇ ਨੇ, ਕਦੋਂ ਬਿਆਨ ਉਹਨਾਂ ਦੇ ਬਦਲ ਜਾਂਦੇ ਨੇ, ਇਹਦੇ ਬਾਰੇ 'ਚ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ। ਦੇਖੋ ਜਿਹੜੀਆਂ ਗੱਲਾਂ ਉਹਨਾਂ ਨੇ ਅੱਜ ਮੀਟਿੰਗ ਤੋਂ ਪਹਿਲਾਂ, ਕਿਉਂਕਿ ਅੱਜ ਮੀਟਿੰਗ ਕੀਤੀ ਹੈ, ਅੱਜ ਮੀਟਿੰਗ ਤੋਂ ਪਹਿਲਾਂ ਕੀਤੀਆਂ, ਉਹਨਾਂ ਦੇ ਵਿੱਚੋਂ ਮੈਂ ਕੁਝ ਦੇ ਨਾਲ ਸਹਿਮਤ ਆ। ਉਹ ਕਹਿੰਦੇ ਵੀ ਦੇਖੋ ਰੇਤ ਮਾਫੀਏ ਦੀ ਗੱਲ ਕਰਦੇ ਆ, ਇਧਰੋਂ ਸਰਕਾਰ ਕਹਿੰਦੀ ਵੀ ਰੇਤਾ ਮੁਫਤ ਕਰ ਦਿਆਂਗੇ। ਬਈ ਰੇਤਾ ਮੁਫਤ ਕਰ ਦਿਆਂਗੇ, ਇਹ ਟਿੱਪਰਾਂ ਵਾਲਿਆਂ ਲਈ, ਟਰਾਲੀਆਂ ਵਾਲਿਆਂ ਲਈ ਹੋਊਗਾ। ਜਿਹੜੇ ਆਮ ਲੋਕ ਆ, ਖੱਡਾਂ ਵਾਲਿਆਂ ਦੇ ਲਈ ਆਪਾਂ ਕਹਿ ਸਕਦੇ ਵੀ ਭਾਈ ਮੁਫਤ ਆ, ਪਰ ਜਿਨ੍ਹਾਂ ਨੇ ਘਰ ਦੇ ਵਿੱਚ ਲੈ ਕੇ ਆਉਣਾ ਰੇਤਾ, ਉਹਨਾਂ ਦੇ ਲਈ ਕੀ ਮੁਫਤ ਆ, ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ। ਫਿਰ ਉਹਨਾਂ ਨੇ ਇਹ ਗੱਲ ਕਹੀ ਆ ਵੀ ਕਿਹੜੇ ਮਾਮਲੇ ਦੇ ਉੱਤੇ ਹੁਣ ਤੱਕ ਕਾਰਵਾਈ ਹੋਈ ਆ। ਉਹਨਾਂ ਨੇ ਕਿਹਾ ਜੀ ਕਿ ਮੇਰਾ ਪੰਜਾਬ ਮਾਡਲ ਆ ਜਿਹੜਾ ਉਹ ਉੱਥੇ ਦਾ ਉੱਥੇ ਖੜਾ। ਸੋ ਕਹਿਣ ਦਾ ਭਾਵ ਇਹ ਆ ਕਿ ਉਹਨਾਂ ਨੇ ਚੰਨੀ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ। ਪਰ ਭਰੋਸੇਯੋਗ ਸੂਤਰ ਇਹ ਗੱਲ ਦੱਸਦੇ ਆ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦਿੱਤੇ ਗਏ ਅਸਤੀਫੇ ਦੇ ਕਰਕੇ, ਸਮੇਂ-ਸਮੇਂ ਦੇ ਉੱਤੇ ਆਪਣੀ ਸਰਕਾਰ ਦੇ ਉੱਤੇ ਕੀਤੇ ਗਏ ਵਿਅੰਗਾਂ ਦੇ ਕਰਕੇ, ਕਿ ਕਸੀ ਗਈ ਤਣਜ਼ ਦੇ ਕਰਕੇ ਹਾਈ ਕਮਾਨ ਅੰਦਰੋਂ ਕਾਫੀ ਔਖੀ ਭਾਰੀ ਆ। ਜੀ ਹਾਈ ਕਮਾਨ ਤਾਂ ਔਖੀ ਭਾਰੀ ਹੈ ਹੀ, ਤੇ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਹਾਈ ਕਮਾਨ ਨੂੰ ਔਖੇ ਭਾਰੇ ਕਰਨ ਦਾ ਇੱਕ ਹੋਰ ਕਾਰਨ ਦੇ ਦਿੱਤਾ ਹੈ। ਉਹ ਉਹਨਾਂ ਨੂੰ ਕੇਜਰੀਵਾਲ ਹੁਣ ਫਿਰ ਤੋਂ ਸਾਬ ਲੱਗਣ ਲੱਗ ਗਏ ਨੇ। ਹਾਂ ਬਿਲਕੁਲ, ਮੈਂ ਇਹ ਗੱਲ ਦੱਸਣੀ ਸੀਗੀ। ਉਹ ਕਹਿੰਦੇ ਵੀ ਦੇਖੋ ਕੇਜਰੀਵਾਲ ਸਾਹਿਬ ਵੀ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਆਉਂਦੇ ਆ ਜੀ। ਉਹਨਾਂ ਨੇ ਇਹ ਗੱਲ ਕਹੀ ਹੈ ਵੀ 16,000 ਮੁਹੱਲਾ ਕਲੀਨਿਕ ਖੋਲ ਦਾਂਗੇ ਜੇ ਸਾਡੀ ਸਰਕਾਰ ਆ ਗਈ, 25-26 ਲੱਖ ਬੰਦੇ ਨੂੰ, ਨੌਜਵਾਨ ਨੂੰ, ਮੁੰਡੇ ਕੁੜੀਆਂ ਨੂੰ ਨੌਕਰੀ ਦੇਣਾਂਗੇ ਪੰਜਾਬ ਦੇ ਵਿੱਚ। ਜੇ ਉਹ ਇਦਾਂ ਕਰ ਸਕਦੇ ਕੇਜਰੀਵਾਲ ਸਾਹਿਬ, ਤਾਂ ਫਿਰ ਅਸੀਂ ਕਿਉਂ ਨਹੀਂ ਕਰ ਸਕਦੇਗੇ। ਫਿਰ ਉਹਨਾਂ ਨੇ ਇੱਕ ਲੰਮਾ ਚੌੜਾ ਸ਼ੇਅਰ ਵੀ ਛੱਡਿਆ ਜੀ। ਉਹ ਸ਼ੇਅਰ ਉਹਨਾਂ ਨੇ ਟਵਿੱਟਰ ਦੇ ਉੱਪਰ ਵੀ ਇੱਕ ਲਿਖਿਆ, ਉਹ ਆਪਾਂ ਸਾਂਝਾ ਕਰਦੇ ਹਾਂ। ਕਹਿੰਦੇ इश्क जिसको है वतन से खुद ही को मिटाते रहेंगे, इश्क जिसको है वतन से खुद ही को मिटाते रहेंगे, शमा महफिल में जलती रहेगी, सिद्धू जैसे परवाने और भी आते रहेंगे। बिल्कुल सही गल है। देखो इश्क जिनको है खुद ही से ते शमा परवाने आते जाते रहेंगे, बहुत वधिया लिखिया उन्होंने। पर गल असल दे विच इह आ, ਸਮੇਂ ਦੀ ਸਥਿਤੀ ਨੂੰ ਸਮਝਣ ਦੀ ਲੋੜ ਆ ਜੀ। ਪੰਜਾਬ ਦੇ ਲੋਕ ਇਸ ਵੇਲੇ ਵਿਚਾਰੇ ਮੂਕ ਦਰਸ਼ਕ ਬਣ ਕੇ ਕਿੰਨਾ ਕੁ ਚਿਰ ਨਜ਼ਰ ਗੱਡੀ ਰੱਖਣ। ਉਹ ਇਹ ਸੋਚਦੇ ਵੀ ਕੰਮ ਕਦੋਂ ਹੋਣਗੇ। ਚੰਨੀ ਸਾਹਿਬ ਦਾ ਅਸੀਂ ਬਹੁਤ ਸਾਰਾ ਸਾਦਾਪਣ ਦੇਖਿਆ, ਸਿੱਧੂ ਸਾਹਿਬ ਦਾ ਬਹੁਤ ਸਾਰਾ ਗੁੱਸਾ ਦੇਖਿਆ। ਇਹਨਾਂ ਨੇ ਆਪਸ ਦੇ ਵਿੱਚ ਕਿਵੇਂ ਮਿਲ ਕੇ ਚੱਲਣਾ, ਸਿੱਧੂ ਸਾਹਿਬ ਨੇ ਆਪਣੀ ਸਰਕਾਰ ਤੋਂ ਕਿਵੇਂ ਮਸਲੇ ਹੱਲ ਕਰਵਾਉਣੇ ਆ, ਹਾਈ ਕਮਾਨ ਤੋਂ ਸਰਕਾਰ ਦੇ ਉੱਤੇ ਕਿਵੇਂ ਦਬਾਅ ਬਣਾਉਣਾ। ਪਰ ਲੋਕਾਂ ਨੂੰ ਤਾਂ ਇਹ ਨਾ ਵੀ ਸਾਡੇ ਨਾਲ ਕੀਤੇ ਵਾਅਦੇ ਪੂਰੇ ਹੋ ਜਾਣ। ਪਰ ਗੱਲ ਇਹ ਹੈ ਟਾਣਾ ਸਾਹਿਬ, ਦੇਖੋ ਮੈਂ ਇਹ ਮੰਨਦੀ ਹਾਂ ਕਿ ਸਿੱਧੂ ਸਾਹਿਬ ਦੇ ਮੁੱਦੇ ਬਿਲਕੁਲ ਵਾਜਬ ਨੇ, ਉਹਨਾਂ ਦੀ ਗੱਲ ਹਾਲ ਦੀ ਘੜੀ ਬਿਲਕੁਲ ਸਹੀ ਹੈ। ਪਰ ਕੱਲਾ ਮੀਡੀਆ ਮੂਰੇ ਬੈਠ ਕੇ ਜਾਂ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਜਿਹੜੇ ਵਿਚਾਰ ਨੇ ਉਹ ਪ੍ਰਗਟ ਕਰਕੇ ਤੇ ਤੁਸੀਂ ਕੀ ਹਾਸਲ ਕਰ ਲਓਗੇ? ਗੱਲ ਇਹ ਹੈ ਕਿ ਲੋਕ ਵੀ ਤਾਂ ਕੰਮ ਚਾਹੁੰਦੇ ਨੇ। ਕੱਲਾ ਤੁਸੀਂ ਇਹ ਦੱਸਣਾ ਵੀ ਆਹ ਵੀ ਮੁੱਦਾ ਹੈ, ਆਹ ਵੀ ਮੁੱਦਾ ਹੈ, ਆਹ ਵੀ ਮੁੱਦਾ ਹੈ, ਲੋਕਾਂ ਨੂੰ ਵੀ ਪਤਾ ਹੈ ਕਿ ਇਹ
ਸਾਰੇ ਮੁੱਦੇ ਨੇ, ਪਰ ਇਹ ਹੱਲ ਕਿਹਨੇ ਕਰਾਉਣੇ ਨੇ? ਕਿਉਂਕਿ ਹੁਣ ਤਾਂ ਵਜ਼ਾਰਤ ਦੇ ਵਿੱਚ ਤੁਹਾਡੇ ਹਿਸਾਬ ਦੇ ਨਾਲ ਤਬਦੀਲੀ ਹੋ ਚੁੱਕੀ ਹੈ ਨਾ, ਤੇ ਹੁਣ ਤਾਂ ਲੋਕ ਇਹ ਚਾਹੁੰਦੇ ਨੇ ਵੀ ਤੁਸੀਂ ਕੰਮ ਵੀ ਕਰਵਾ ਕੇ ਦਿਖਾਓ। ਕੱਲਾ ਆਪਣਾ ਗੁੱਸਾ ਮੀਡੀਆ ਦੇ ਮੂਹਰੇ, ਲੋਕਾਂ ਮੂਹਰੇ ਕਹਿ ਲਓ ਵੀ ਦਿਖਾਉਣ ਦੇ ਨਾਲ ਇਹਦੇ ਨਾਲ ਮਸਲੇ ਹੱਲ ਨਹੀਂ ਹੋਣਗੇ। ਕੰਮ ਕਿੱਥੇ ਹੈ? ਪੰਜਾਬ ਦੇ ਲੋਕ ਇਹ ਚਾਹੁੰਦੇ ਕਿ ਪੌਣੇ 5 ਸਾਲਾਂ ਦੇ ਵਿੱਚ ਤੁਸੀਂ ਕੀਤਾ ਕੀ ਹੈ, ਇਹਦਾ ਵੇਰਵਾ ਪੇਸ਼ ਕਰ ਦਿਓ। ਅਸੀਂ ਤਾਂ ਆਪਦੇ ਆਪ ਨੂੰ ਸਾਬਤ ਕਰਤਾ ਵੋਟਾਂ ਪਾ ਕੇ। ਅਸੀਂ ਇਹ ਗੱਲ ਕਹਿਤੀ ਵੀ ਤੁਹਾਡੇ ਨਾਲ ਆ ਪਾਈ ਆ 77 78 ਸੀਟਾਂ ਤੁਹਾਡੀ ਝੋਲੀ 'ਚ ਪਾਤੀਆਂ, ਪਰ ਉਸ ਤੋਂ ਬਾਅਦ ਤੁਹਾਡੇ ਵੱਲੋਂ ਕੁਝ ਕਰਕੇ ਦਿਖਾਉਣ ਦਾ ਵੇਲਾ ਸੀ। ਪਹਿਲਾਂ ਤਾਂ ਇਹ ਗੱਲ ਕਹੀ ਗਈ ਜੀ ਕਿ ਪਿਛਲੀ ਸਰਕਾਰ ਨੇ ਬਹੁਤ ਨੁਕਸਾਨ ਕਰਤਾ, ਬਿਲਕੁਲ। ਫਿਰ ਕਹਿੰਦੇ ਜੀ ਕਰੋਨਾ ਆ ਗਿਆ, ਫਿਰ ਕਹਿੰਦੇ ਖਜ਼ਾਨਾ ਖਾਲੀ ਇੰਨਾ ਹੋ ਗਿਆ, ਫਿਰ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਮਹਿਲਾਂ ਚੋਂ ਨਹੀਂ ਨਿਕਲਦੇ ਵੀ ਨਹੀਂ ਸੀ। ਇਹ ਵੀ ਗੱਲ ਸੱਚੀ ਆ, ਨਿਕਲਣਾ ਚਾਹੀਦਾ ਸੀ, ਨਹੀਂ ਤਾਂ ਅੱਜ ਵਾਲੀ ਹਾਲਤ ਨਾ ਹੁੰਦੀ। ਫਿਰ ਉਸ ਤੋਂ ਬਾਅਦ ਕਹਿੰਦੇ ਵੀ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਬਣਾ ਦਿਓ। ਚੰਨੀ ਸਾਹਿਬ ਦੇ ਉੱਤੇ ਵੀ ਹੁਣ ਭਰੋਸਾ ਹੈ ਨਹੀਂਗਾ, ਤੇ ਚੰਨੀ ਸਾਹਿਬ ਨੂੰ ਵੀ ਚਾਹੀਦਾ ਜੀ ਕਿ ਉਹ ਲੋਕਾਂ ਦੇ ਲਈ ਕੰਮ ਕਰਕੇ ਦਿਖਾਉਣ, ਕੁਝ ਪ੍ਰੈਕਟੀਕਲ ਤੌਰ ਦੇ ਉੱਤੇ, ਜ਼ਮੀਨੀ ਤੌਰ ਦੇ ਉੱਤੇ ਇਹੋ ਜਿਹਾ ਕਰਨ ਵੀ ਲੋਕ ਕਹਿਣ ਨਾ ਬਈ ਆਪਾਂ ਨੂੰ ਤਾਂ ਇਹੀ ਮੁੱਖ ਮੰਤਰੀ ਚਾਹੀਦਾ, ਸਾਨੂੰ ਇਸ ਤੋਂ ਬਿਨਾਂ ਕੁਝ ਨਹੀਂ ਚਾਹੀਦਾ। ਜਾਂ ਫਿਰ ਸਿੱਧੂ ਹੋਰੀ ਕੁਝ ਇਹੋ ਜਿਹਾ ਚਮਤਕਾਰ ਕਰਵਾ ਦੇਣ ਵੀ ਲੋਕ ਕਹਿਣ ਵੀ ਭਾਈ ਇਹੋ ਜਿਹੇ ਬੰਦਿਆਂ ਦੀ ਲੋੜ ਆ, ਹੋਰ ਤਾਂ ਕਦੇ ਕੋਈ ਆਇਆ ਹੀ ਨਹੀਂ ਸੀ। ਬਿਲਕੁਲ, ਕੱਲਾ ਗੁੱਸਾ ਜ਼ਾਹਰ ਕਰਨ ਦੇ ਨਾਲ, ਮੀਡੀਆ ਮੂਹਰੇ ਬਹਿ ਕੇ ਗੱਲਾਂ ਕਰਨ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ। ਹੁਣ ਤਾਂ ਲੋਕ ਕੰਮ ਚਾਹੁੰਦੇ ਨੇ। ਬਿਲਕੁਲ ਸਹੀ। ਹਰਮਨ ਜੀ, ਪੰਜਾਬ ਦੇ ਵਿੱਤ ਮੰਤਰੀ ਸਾਹਿਬ ਆ ਜਿਹੜੇ ਮਨਪ੍ਰੀਤ ਸਿੰਘ ਬਾਦਲ, ਜਿਨ੍ਹਾਂ ਨੂੰ ਕਿ ਇੱਕ ਗੱਲ ਦੇ ਵਿੱਚ ਬੜੀ ਮੁਹਾਰਤ ਹੈ, ਇਹ ਕਹਿਣ ਦੇ ਵਿੱਚ ਕਿ ਖਜ਼ਾਨਾ ਖਾਲੀ ਹੈ ਜੀ, ਖਜ਼ਾਨਾ ਸੱਚੀ ਖਾਲੀ ਹੈ। ਫਿਰ ਇੱਕ ਉਰਦੂ ਦਾ ਸ਼ੇਰ ਆਉਂਦਾ, ਉਸ ਤੋਂ ਬਾਅਦ ਕਹਿੰਦੇ ਵੀ ਭਾਈ ਖਜ਼ਾਨਾ ਖਾਲੀ ਹੈ ਜੀ। ਉਹਨਾਂ ਦੀ ਪਛਾਣ ਇਸ ਗੱਲ ਦੇ ਵਿੱਚ ਬਣ ਗਈ ਹੈ, ਤੇ ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਸਿਰ 2,75,000 ਕਰੋੜ ਰੁਪਏ ਦਾ ਕਰਜ਼ਾ ਚੜਿਆ ਹੋਇਆ। ਪੰਜਾਬ ਵਿੱਤੀ ਤੌਰ ਦੇ ਉੱਤੇ ਸੰਕਟ ਦੇ ਵਿੱਚੋਂ ਨਿਕਲ ਰਿਹਾ, ਤੇ ਅੱਗੋਂ ਗੱਲ ਕਹਿੰਦੇ ਵੀ ਪਿਛਲੀ ਸਰਕਾਰ ਆ ਜਿਹੜੀ 2 ਲੱਖ ਕਰੋੜ ਰੁਪਏ ਤਾਂ ਸਾਨੂੰ ਤੋਹਫੇ ਦੇ ਰੂਪ ਚ ਉਹੀ ਦੇਗੀ। ਮਤਲਬ ਇਹ ਵੀ 75,000 ਕਰੋੜ ਰੁਪਇਆ ਫਿਰ ਆਪਾਂ ਚੜਾਤਾ, ਘਟਾਇਆ ਕੁਝ ਨਹੀਂ, ਘਟਿਆ ਕੁਝ ਨਹੀਂ। ਇਹ ਬਦਕਿਸਮਤੀ ਹੈ ਸਾਡੇ ਪੰਜਾਬ ਦੀ ਵੀ ਹੈਲੀਕਾਪਟਰ ਤਾਂ ਇਉਂ ਲੈ ਕੇ ਨਿਕਲਦੇ ਕਿਸੇ ਨਾ ਕਿਸੇ ਪਾਸੇ ਨੂੰ, ਵੀ ਜਿਵੇਂ ਆਮ ਬੰਦਾ ਸਾਈਕਲ ਲੈ ਕੇ ਨਿਕਲਦਾ ਹੁੰਦਾ ਕਿਸੇ ਪਾਸੇ। ਬੰਦਾ ਵੀ ਸੋਚਦਾ ਵੀ ਯਾਰ ਇਹ ਕਿਤੇ ਪੈਂਚਰ ਨਾ ਹੋ ਜੇ, ਯਾਰ ਇਹ ਨਾ ਹੋਵੇ ਰਾਹ ਦੇ ਵਿੱਚ ਕੋਈ ਸਮੱਸਿਆ ਪੈ ਜੇ, ਪਰ ਇਹਨਾਂ ਨੂੰ ਕੋਈ ਫਿਕਰ ਨਹੀਂ। ਪੰਜਾਬ ਬਲਦਾ ਬਲੀ ਜਾਵੇ, ਪੰਜਾਬ ਕਰਜ਼ੇ 'ਚ ਰਵੇ, ਬਸ ਲੈ ਕੇ ਹੈਲੀਕਾਪਟਰ ਨਿਕਲ ਜਾਣਾ। ਪਰ ਗੱਲ ਇਹ ਹੈ ਟੈਣਾ ਸਾਹਿਬ, ਜਿਹੜਾ ਮਨਪ੍ਰੀਤ ਬਾਦਲ ਹੋਰੀ ਕਹਿ ਰਹੇ ਨੇ ਕਿ 2,75,000 ਕਰੋੜ ਦਾ ਕਰਜ਼ਾ ਇਸ ਵੇਲੇ ਪੰਜਾਬ ਦੇ ਸਿਰ ਤੇ, ਇਹ ਕੀ ਤੁਸੀਂ ਚੜਾਇਆ? ਤੁਸੀਂ ਇੰਨੇ ਪੈਸੇ ਲੈ ਲਏ, ਮੈਂ ਲੈ ਲਏ, ਆਮ ਲੋਕਾਂ ਨੇ ਲੈ ਲਏ, ਕਿਸੇ ਨੇ ਤਾਂ ਕੁਝ ਨਹੀਂ ਵਰਤਿਆ। ਕੋਈ ਉੱਤਰ ਮਿਲਿਆ? ਮੈਂ ਤਾਂ ਅੱਜ ਤੱਕ ਜਦੋਂ ਤੋਂ ਅਖਬਾਰਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਉੱਤਰ ਇੱਕੋ ਮਿਲਦਾ ਕਿ ਅੱਤਵਾਦ ਦੇ ਦੌਰ ਦੇ ਵਿੱਚ ਹਾਲਾਤ ਦੇ ਨਾਲ ਸਿੱਝਣ ਦੇ ਲਈ ਜੋ ਖਰਚਾ ਹੋਇਆ, ਉਹਦੇ ਕਰਕੇ ਸਾਡੇ ਸਿਰ ਦੇ ਉੱਤੇ ਕਰਜ਼ੇ ਦੀ ਇੰਨੀ ਵੱਡੀ ਪੰਡ ਆ। ਉਸ ਤੋਂ ਬਾਅਦ ਵੀ ਤਾਂ ਆਪਾਂ ਸੱਤਾ ਦੇ ਵਿੱਚ ਆਈ ਆ, ਆਪਾਂ ਲਾਉਣ ਦੇ ਲਈ ਕੀ ਕੀਤਾ? ਹਾਂ, ਮਤਲਬ ਆਪਾਂ ਕੁਰਸੀਆਂ ਤੇ ਫਿਰ ਕਿਉਂ ਬੈਠੇ ਆ? ਇਹ ਤਾਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਵੀ ਪਹਿਲਾਂ ਬੀਤ ਚੁੱਕਿਆ, ਜੋ ਵੀ ਅਸੀਂ ਅਤੀਤ ਦੇ ਵਿੱਚ ਹੰਡਾਇਆ ਆਪਣੇ ਉੱਪਰ, ਉਹਦੇ ਕਰਕੇ ਕਰਜ਼ਾ ਚਲੋ ਚੜ ਗਿਆ, ਪਰ ਆਪਾਂ ਤਾਂ ਉਸ ਕਰਜ਼ੇ ਨੂੰ ਘਟਾਉਣ ਦੀ ਥਾਂ ਤੇ ਵਧਾਉਂਦੇ ਹੀ ਰਹੇ ਆ। ਆਪਾਂ ਕਿਸੇ ਵੀ ਸਰਕਾਰ ਨੇ, ਚਾਹੇ ਇਸ ਤੋਂ ਪਹਿਲੀ ਸਰਕਾਰ ਦੀ ਗੱਲ ਕਰ ਲਓ, ਹੁਣ ਵਾਲੀ ਦੀ ਕਰ ਲਓ, ਘਟਾਉਣ ਦੇ ਵਿੱਚ ਤਾਂ ਯੋਗਦਾਨ ਕਿਸੇ ਨੇ ਨਹੀਂ ਪਾਇਆ। ਆਮ ਬੰਦੇ ਦੇ ਸਿਰ ਤੇ 50,000 ਦਾ ਕਰਜ਼ਾ ਹੋਵੇ ਨਾ, ਉਹਨੂੰ ਨੀਂਦ ਨਹੀਂ ਆਉਂਦੀ, ਉਹ ਹੜਬੜਾ ਕੇ ਰਾਤ ਨੂੰ ਉੱਠਦਾ। ਇੱਥੇ ਪੌਣੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜਿਆ। ਪਤਾ ਨਹੀਂ ਮੁੱਖ ਮੰਤਰੀ ਨੂੰ, ਵਿੱਤ ਮੰਤਰੀ ਨੂੰ, ਵਜ਼ਾਰਤ ਦੇ ਬਾਕੀ ਨੇਤਾਵਾਂ ਨੂੰ ਕਿਵੇਂ ਨੀਂਦ ਆਉਂਦੀ ਹੋਣੀ ਆ। ਸਾਰੇ ਇੱਕੋ ਗੱਲ ਕਰੀ ਜਾਂਦੇ, ਵਿਕਾਸ ਮੈਂ ਕਰ ਦੂੰ, ਆਹ ਚੀਜ਼ ਮੈਂ ਮੁਫਤ ਦੇ ਦੂੰ, ਆਹ ਚੀਜ਼ ਮੈਂ ਲੈ ਕੇ ਦੇ ਦੂੰ। ਉਹ ਭਰਾਵੋ ਇੰਨਾ ਕਰਜ਼ਾ ਚੜਿਆ, ਇਹਦਾ ਮਤਲਬ ਇਹ ਤੁਸੀਂ ਹੁਣ 4 ਲੱਖ ਕਰੋੜ ਰੁਪਈਆ ਕਰ ਦਿਓਗੇ। ਸੋ ਮੁਫਤ ਦੇ ਵਿੱਚ ਜਿਹੜੀਆਂ ਚੀਜ਼ਾਂ ਮਿਲਦੀਆਂ ਉਹ ਸਾਡੇ ਵਿੱਚੋਂ ਹੀ ਨਿਕਲਣਗੀਆਂ। ਨਾਲੇ ਗੱਲ ਇਹ ਹੈ ਟਾਣਾ ਸਾਹਿਬ, ਅੱਜ ਤੱਕ ਕਦੀ ਕਿਸੇ ਵੀ ਵਿੱਤ ਮੰਤਰੀ ਨੇ ਜਾਂ ਕਿਸੇ ਵੀ ਸਰਕਾਰ ਨੇ ਸੋਚਿਆ ਵੀ ਜਿਹੜਾ ਐਡਾ ਐਡਾ ਗੱਡੀਆਂ ਦਾ ਕਾਫਲਾ ਸੀ ਨਾਲ ਲੈ ਕੇ ਤੁਰੇ ਫਿਰਦੇ ਆ। ਹਾਂ, ਚਰਨਜੀਤ ਸਿੰਘ ਚੰਨੀ ਹੋਰਾਂ ਨੇ ਹੁਣੇ ਗੱਲ ਜ਼ਰੂਰ ਕੀਤੀ ਸੀ ਕਿ ਉਹ ਬੰਦੇ ਜਿਹੜੇ ਉਹ ਥੋੜੇ ਜਿਹੇ ਘਟਾਓ, ਹਨਾ, ਪਰ ਉਸ ਤੋਂ ਇਲਾਵਾ ਕਿੰਨੇ ਕਿੰਨੇ ਭੱਤੇ ਮਿਲਦੇ ਨੇ, ਕਿੰਨੇ ਕਿੰਨੇ ਜਿਹੜੀਆਂ ਕਹਿ ਲਓ ਤਨਖਾਹਾਂ ਨੇ, ਕਿੰਨੀਆਂ ਕਿੰਨੀਆਂ ਪੈਨਸ਼ਨਾਂ ਇਹਨਾਂ ਨੂੰ ਮਿਲ ਰਹੀਆਂ ਨੇ, ਤੇ ਹਾਲੇ ਕਹਿੰਦੇ ਅਸੀਂ ਸੇਵਾ ਕਰ ਰਹੇ ਆ। ਸੇਵਾ ਦੀ ਕਾਹਦੀ ਤਨਖਾਹ ਪੈਨਸ਼ਨ ਹੁੰਦੀ ਹੈ? ਜਿਹੜਾ ਬੰਦਾ ਸੇਵਾ ਕਰਦਾ ਜੀ, ਉਹਦਾ ਖਤਰਾ ਕਾਹਦਾ ਉਹਨੂੰ ਜੀ? ਤੇ ਨਾਲੇ ਜੇਕਰ ਤਨਖਾਹ ਹੈ, ਜੇ ਤੁਸੀਂ ਨੌਕਰੀ ਕਰ ਰਹੇ ਹੋ ਤੇ ਯੋਗਤਾ ਦੇ ਹਿਸਾਬ ਨਾਲ ਤਨਖਾਹ ਕਿਉਂ ਨਹੀਂ, ਜਦ ਬਾਕੀ ਮਹਿਕਮਿਆਂ ਚ ਸੇਵਾਦਾਰ ਨੂੰ ਪੁਲਿਸ ਕਰਮਚਾਰੀਆਂ ਦੀਆਂ ਡਾਰਾਂ ਮਿਲਦੀਆਂ ਜੀ, ਕੀ ਉਹਨਾਂ ਦੀਆਂ ਤਨਖਾਹਾਂ ਮੁੱਖ ਮੰਤਰੀ ਜਾਂ ਕੋਈ ਵੀ ਅਧਿਕਾਰੀ ਆਪਦੀ ਜੇਬ ਚੋਂ ਦਿੰਦਾ ਨਾ? ਕਿ ਕੋਈ ਵੀ ਮੰਤਰੀ ਉਹਨਾਂ ਦਾ ਜਿਹੜਾ ਬਾਕੀ ਤਾਮਜਾਮ ਹੁੰਦਾ, ਖਰਚੇ ਪੱਠੇ ਆ, ਗੱਡੀਆਂ ਦਾ ਤੇਲ ਆ, ਹੋਰ ਜਿਹੜੇ ਆ ਉਹ ਭੱਜ ਟੁੱਟ ਦੇ ਖਰਚੇ, ਉਹ ਆਪਦੀ ਜੇਬ ਦੇ ਵਿੱਚੋਂ ਦਿੰਦੇ ਆ। ਇਹ ਸਾਡੀਆਂ ਜੇਬਾਂ ਚੋਂ ਜਾਂਦਾ। ਅਸੀਂ ਤਾਂ ਮਜਬੂਰੀ ਦੇ ਵਿੱਚ ਨਵਾਂ ਸਕੂਟਰ ਨਹੀਂ ਲੈਂਦੇ, ਤੇ ਇਹ ਸਾਡੀਆਂ ਮਜਬੂਰੀਆਂ ਦਾ ਫਾਇਦਾ ਚੱਕ ਕੇ ਨਵਾਂ ਹੈਲੀਕਾਪਟਰ ਲੈ ਲੈਂਦੇ ਆ। ਕਹਿ ਦਿੰਦੇ ਜੀ ਅਸੀਂ ਆ ਨਵੇਂ ਸਲਾਹਕਾਰ ਬਣਾ ਲਏ, ਜਦੋਂ ਆਪਾਂ ਕਿਸੇ ਦੀ ਮੰਨਣੀ ਨਹੀਂ ਸਲਾਹਕਾਰ, ਭਾਵੇਂ 3600 ਬਣਾ ਲਓ ਜੀ। ਨਾਲੇ ਲੋਕਾਂ ਨੂੰ ਕੀ ਫਾਇਦਾ ਉਹਨਾਂ ਸਲਾਹਕਾਰਾਂ ਦਾ? ਤੁਸੀਂ ਤਾਂ ਲੋਕਾਂ ਦਾ ਬੇੜਾ ਗਰਕ ਪਹਿਲਾਂ ਵੀ ਕਰ ਰਹੇ ਸੀ, ਹੁਣ ਵੀ ਕਰ ਰਹੇ ਹੋ। ਚਾਹੇ ਸਲਾਹਕਾਰਾਂ ਦੀ ਫੌਜ ਰੱਖ ਲਓ ਤੁਸੀਂ, ਆਮ ਲੋਕਾਂ ਦੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਪਿਆ। ਸਹੀ। ਹਰਮਨ ਜੀ, ਕੱਲ ਨਾ ਮੈਨੂੰ ਇੱਕ ਖਬਰ ਪੜ੍ਹ ਕੇ ਬੜੀ ਹੈਰਾਨਗੀ ਹੋਈ। ਜਿਹੜੇ ਨੇਤਾ ਹੁਣ ਤੱਕ ਇਹ ਗੱਲ ਕਹਿੰਦੇ ਕਿ ਬਾਰਡਰਾਂ ਦੇ ਉੱਤੇ ਬੈਠੇ ਕਿਸਾਨ ਕੋਈ ਸ਼ਹੀਦ ਨਹੀਂ, ਬੀਜੇਪੀ ਦੇ ਇੱਕ ਨੇਤਾ ਨੇ ਜਿਹੜਾ ਕਿ ਹਰਿਆਣੇ ਨਾਲ ਸੰਬੰਧਿਤ ਆ, ਉਹ ਕਹਿੰਦਾ ਜੀ ਕਿ ਇੱਥੇ ਬੈਠੇ ਆ, ਇਹ ਤਾਂ ਮੌਤ ਆਉਣੀ ਸੀ, ਆ ਗਈ ਇਹਨਾਂ ਨੂੰ,
ਇਹ ਤਾਂ ਆਈ ਸੀ, ਜਦੋਂ ਆਈ ਹੋਵੇ ਟਲ ਕਿਵੇਂ ਸਕਦੀ ਹੈ? ਇਹ ਘਰ ਦੇ ਵਿੱਚ ਵੀ ਬੈਠੇ ਹੁੰਦੇ, ਸ਼ਾਇਦ ਦਿਲ ਦੇ ਦੌਰੇ ਨਾਲ ਮਰ ਜਾਂਦੇ। ਇਹਨਾਂ ਨੇ ਉੱਥੇ ਕੁਰਬਾਨੀ ਦੇਣ ਵਾਲੇ ਕਿਸਾਨਾਂ ਨੂੰ ਸ਼ਹੀਦ ਨਹੀਂ ਕਹਿੰਦੇ, ਵੀ ਕੁਦਰਤੀ ਮੌਤਾਂ ਇਹ ਮਰੀ ਜਾਂਦੇ ਆ। ਇਹ ਪਾਰਲੀਮੈਂਟ ਦੇ ਵਿੱਚ ਕਹਿੰਦੇ ਸਾਡੇ ਕੋਲ ਤਾਂ ਰਿਕਾਰਡ ਹੀ ਕੋਈ ਨਹੀਂ, ਜਦ ਕਿ ਅਖਬਾਰਾਂ ਦੇ ਵਿੱਚ ਐਡੀਆਂ ਖਬਰਾਂ ਲੱਗਦੀਆਂ ਹਰ ਰੋਜ਼ ਕਿ 5 ਕਿਸਾਨ ਸ਼ਹੀਦ ਹੋ ਗਏ, 7 ਦੀ ਮੌਤ ਹੋ ਗਈ, 3 ਦੀ ਹੋ ਗਈ, ਦਿਲ ਦੇ ਦੌਰੇ ਨਾਲ ਹੋ ਗਈ, ਸੜਕ ਹਾਦਸੇ 'ਚ ਹੋ ਗਈ ਉੱਥੇ, ਜਾਂ ਕੋਈ ਹੋਰ ਕਾਰਨ ਬਣ ਗਿਆ। ਉਹ ਬਿਠਾਏ ਆ ਤੁਸੀਂ, ਮਜਬੂਰੀ 'ਚ ਬੈਠੇ ਆ, ਤੇ ਵਜ੍ਹਾ ਜਦੋਂ ਤੁਸੀਂ ਆ ਤੇ ਫਿਰ ਇਹ ਸ਼ਹੀਦੀ ਆ। ਜੇ ਤਾਂ ਘਰੇ ਬੈਠੇ ਹੋਣ ਖੁਸ਼ੀ ਫਿਰ ਤਾਂ ਆਪਾਂ ਕਹੀਏ ਵੀ ਕੁਦਰਤੀ ਮੌਤ ਆ ਗਈ, ਪਰ ਤੁਸੀਂ ਫਾਹੇ ਟੰਗੇ ਹੋਏ ਬੰਦੇ ਜਾਣ ਕਿੱਥੇ? ਬਿਲਕੁਲ ਸਹੀ ਹੈ। ਕਹਿਣ ਦਾ ਭਾਵ ਹੈ ਕਿ ਕਿਸਾਨ ਤਾਂ ਸ਼ਹੀਦ ਹੈ ਨਹੀਂ, ਪਰ ਯੂਪੀ ਦੇ ਕਾਨੂੰਨ ਮੰਤਰੀ ਦਾ ਨਾਂ ਹੈਗਾ ਬ੍ਰਜੇਸ਼ ਪਾਠਕ ਜੀ। ਉਹਨੇ ਗੱਲ ਕਹੀ ਹੈ ਕਿ ਸ਼ੁਭਮ ਮਿਸ਼ਰਾ ਨੂੰ ਅਸੀਂ ਸ਼ਹੀਦ ਦਾ ਦਰਜਾ ਦਿੰਨੇ ਆ। ਤੇ ਸ਼ੁਭਮ ਮਿਸ਼ਰਾ ਕੌਣ ਆ? ਜਿਸ ਦਿਨ ਟਾਇਰਾਂ ਦੇ ਥੱਲੇ ਦੇ ਕੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਮਾਰਤੇ, ਉਸ ਦਿਨ 3 ਜਣੇ ਆ ਜਿਹੜੇ ਉਹ ਮਾਰੇ ਗਏ ਸੀਗੇ। ਉਹ ਭਾਵੇਂ ਕੁੱਟ ਕਟਾਪੇ ਦੇ ਨਾਲ ਜਾਂ ਹਲੇ ਇਹਦੀ ਤਫਤੀਸ਼ ਹੋਣੀ ਆ, ਉਹਦੇ ਵਿੱਚ ਬੀਜੇਪੀ ਦਾ ਇੱਕ ਨੇਤਾ ਸੀਗਾ ਸ਼ੁਭਮ ਮਿਸ਼ਰਾ। ਇਹਦੇ ਘਰ ਦੇ ਵਿੱਚ ਬ੍ਰਜੇਸ਼ ਪਾਠਕ ਹੋਰੀ ਗਏ ਆ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ। ਉਹ ਕਹਿੰਦੇ ਵੀ ਅਸੀਂ ਇਹਨੂੰ ਸ਼ਹੀਦ ਦਾ ਦਰਜਾ ਦਿੰਨੇ ਆ, ਬਹੁਤ ਜਲਦ ਅਸੀਂ ਸ਼ਹੀਦ ਦੇ ਦਰਜੇ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰਾਂਗੇ। ਯਾਨੀ ਕਿ ਜੇਕਰ ਇਹ ਕੁੱਟ ਕੇ ਮਾਰ ਦਿੱਤੇ ਗਏ ਜਾਂ ਕੋਈ ਹੋਰ ਕਾਰਨ ਬਣ ਗਿਆ, ਗੱਡੀ ਦੇ ਥੱਲੇ ਆ ਕੇ ਮਰ ਗਏ, ਹਾਲਾਂਕਿ ਸਾਨੂੰ ਦੁੱਖ ਹੈ ਇਸ ਗੱਲ ਦਾ, ਮਨੁੱਖ ਤਾਂ ਮਨੁੱਖ ਹੀ ਆ, ਇਹਨਾਂ ਦੇ ਟੱਬਰ ਦੇ ਨਾਲ ਵੀ ਸਾਡੀ ਹਮਦਰਦੀ ਆ, ਪਰ ਕਿਸਾਨ ਸ਼ਹੀਦ ਨਹੀਂ ਤੇ ਆਪਦੇ ਬੰਦੇ ਸ਼ਹੀਦ ਹੈਗੇ ਜੀ। ਉਹੀ ਤਾਂ ਗੱਲ ਹੈ ਨਾ ਟਾਣਾ ਸਾਹਿਬ, ਗੱਲ ਫੇਰ ਉੱਥੇ ਆ ਗਈ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਕਿ ਹਰ ਚੀਜ਼ ਦੀ ਪਰਿਭਾਸ਼ਾ ਇਹਨਾਂ ਦੀ ਆਪਦੇ ਹਿਸਾਬ ਨਾਲ ਹੈ। ਸ਼ਹੀਦ ਦੀ ਵੀ, ਦੇਸ਼ ਧਰੋਹੀ ਦੀ ਵੀ, ਦੇਸ਼ ਭਗਤ ਦੀ ਵੀ, ਇਹਨਾਂ ਦਾ ਜੋ ਦਿਲ ਕਰਦਾ ਹੈ ਉਹ ਕਰ ਰਹੇ ਨੇ, ਤੇ ਇਹ ਉਹੀ ਕਰਦੇ ਰਹਿਣਗੇ ਜਦ ਤੱਕ ਲੋਕ ਜਾਗਰੂਕ ਨਹੀਂ ਹੋਣਗੇ। ਮੈਨੂੰ ਇਹ ਨਹੀਂ ਸਮਝ ਆਉਂਦੀ ਟਾਣਾ ਸਾਹਿਬ ਵੀ ਕਦੋਂ ਤੱਕ ਇਹ ਆਪਣੇ ਚਮਦੀਆਂ ਚਲਾਉਂਦੇ ਰਹਿਣਗੇ। ਠੀਕ ਹੈ, ਜਿਵੇਂ ਤੁਸੀਂ ਕਿਹਾ ਵੀ ਸਾਨੂੰ ਦੁੱਖ ਹੈ, ਜਿਹਦੀ ਵੀ ਜਾਨ ਗਈ ਹੈ ਸਭ ਕੁਝ ਦੇ ਵਿੱਚ, ਉਹਨਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਹਮਦਰਦੀ ਹੈ, ਨਹੀਂ ਹੋਣਾ ਚਾਹੀਦਾ ਸੀ। ਦੇ ਲਈ ਬਹੁਤ ਵੱਡੀ ਮਹੱਤਤਾ ਹੁੰਦੀ ਹੈ। ਹਰ ਬੰਦਾ ਆਪਦੇ ਪਰਿਵਾਰ ਦੇ ਲਈ ਕਮਾ ਕੇ ਲਿਆਉਂਦਾ, ਜਿਹਦੇ ਵੀ ਟੱਬਰ ਦਾ ਜੀ ਜਦੋਂ ਵਿਛੋੜਾ ਪੈਂਦਾ ਉਹ ਉਹਨੂੰ ਕਦੇ ਜ਼ਿੰਦਗੀ ਦੇ ਵਿੱਚ ਭੁੱਲ ਨਹੀਂ ਸਕਦਾ। ਉਹਨਾਂ ਦੀ ਪੀੜ ਨੂੰ ਅਸੀਂ ਸਮਝ ਸਕਦੇ ਹਾਂ। ਬਿਲਕੁਲ ਸਹੀ, ਪਰ ਤੁਸੀਂ ਪੱਖਪਾਤ ਹਰ ਪਾਸੇ ਤਾਂ ਨਾ ਕਰੋ। ਤੁਸੀਂ ਜੋ ਕੁਝ ਵੀ ਹੋਇਆ ਉਹਨੂੰ ਸਹੀ ਤਰੀਕੇ ਦੇ ਨਾਲ ਦੇਖੋ ਤਾਂ ਸਹੀ ਵੀ ਆ ਕੁਝ ਵਾਪਰਿਆ ਤੇ ਇਹਦੇ ਹਿਸਾਬ ਦੇ ਨਾਲ ਸਾਨੂੰ ਆ ਗੱਲ ਕਹਿਣੀ ਚਾਹੀਦੀ ਹੈ। ਇਹ ਥੋੜੀ ਹੈ ਕਿ ਜਿਹੜੇ ਆਪਣੇ ਨੇ ਉਹਨਾਂ ਬਾਰੇ ਤੁਹਾਡੇ ਵਿਚਾਰ ਕੁਝ ਹੋਰ ਨੇ ਤੇ ਜਿਹਨਾਂ ਨੂੰ ਤੁਸੀਂ ਬਗਾਨੇ ਸਮਝਦੇ ਹੋ, ਹਾਲਾਂਕਿ ਉਹਨਾਂ ਚੋਂ ਵੀ ਵੋਟਾਂ ਕਈਆਂ ਨੇ ਇਹਨਾਂ ਨੂੰ ਹੀ ਪਾਈਆਂ ਹੋਣੀਆਂ, ਜਿਨ੍ਹਾਂ ਨੂੰ ਤੁਸੀਂ ਬਗਾਨੇ ਸਮਝਦੇ ਹੋ ਉਹਨਾਂ ਦੇ ਬਾਰੇ ਤੁਸੀਂ ਜੋ ਮੂੰਹ ਚਾਹੁੰਦਾ ਉਹੀ ਬੋਲਦੇ ਰਹਿੰਦੇ ਹੋ। ਬਿਲਕੁਲ ਸਹੀ ਜੀ। ਸੋ ਪਤਾ ਨਹੀਂ ਕਦੋਂ ਸਾਰਾ ਕੁਝ ਬਦਲੂਗਾ, ਕਦੋਂ ਇਹਨਾਂ ਨੂੰ ਵਾਕਈ ਇਹ ਸਮਝ ਆਊਗੀ ਕਿ ਅਸੀਂ ਜੋ ਕੁਝ ਕਰ ਰਹੇ ਆ ਇਹ ਗਲਤ ਆ ਤੇ ਨਹੀਂ ਹੋਣਾ ਚਾਹੀਦਾ। ਬਾਕੀ ਇਹਨਾਂ ਗੱਲਾਂ ਦੇ ਨਾਲ ਹੀ ਹੁਣ ਪ੍ਰੋਗਰਾਮ ਨੂੰ ਬਿਲਕੁਲ ਜੀ। ਤੇ ਇੱਕ ਬੇਨਤੀ ਕਰ ਦਈਏ ਸਵਾਲ ਨੂੰ ਵੀ ਆਮ ਆਦਮੀ ਪਾਰਟੀ 2017 ਦੇ ਵਿੱਚ ਬੱਲੇ ਬੱਲੇ ਸੀ ਪੰਜਾਬ ਦੇ ਵਿੱਚ, ਹਰ ਪਾਸੇ ਝਾੜੂ 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 ਗੱਲ ਚੱਲਦੀ ਸੀ। ਪੈਸੇ ਬਿਨਾਂ ਮੰਗੇ ਵਿਦੇਸ਼ਾਂ ਦੇ ਵਿੱਚੋਂ ਵੀ ਆ ਰਹੇ ਸੀ ਤੇ ਇੱਥੋਂ ਵੀ ਲੋਕ 10 ਰੁਪਈਆਂ ਤੋਂ ਲੈ ਕੇ ਲੱਖਾਂ ਤੱਕ ਆਪਦੀ ਮਰਜ਼ੀ ਮੁਤਾਬਕ ਦਿੰਦੇ ਸੀ ਇਨਕਲਾਬ ਲਿਆਉਣ ਦੇ ਲਈ। ਅੱਜ ਤੁਹਾਡੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਕੀ ਹੈ? ਕੀ ਤੁਸੀਂ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਨੂੰ ਚੰਗੀਆਂ ਚੋਖੀਆਂ ਸੀਟਾਂ ਆ ਜਾਣਗੀਆਂ? ਕੀ ਤੁਹਾਡਾ ਨਜ਼ਰੀਆ ਇਹਦੇ ਬਾਰੇ ਵਿਚਾਰ ਜ਼ਰੂਰ ਦਿਓ ਜੀ। ਸੋ ਤੁਹਾਡੀ ਪ੍ਰਤੀਕਿਰਿਆ ਦੀ ਉਡੀਕ ਰਹੇਗੀ। ਫਿਲਹਾਲ ਅਸੀਂ ਪ੍ਰੋਗਰਾਮ ਨੂੰ ਸਮੇਟਦੇ ਹਾਂ, ਜਾਣਦਾ ਹੋ ਗਿਆ ਵੇਲਾ। ਦੋਵਾਂ ਤੋਂ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।